ਕਾਫੀ ਸਾਰੇ ਡਾਕਟਰਾਂ ਤੋਂ ਮੈਂ ਦਵਾਈ ਖਾਂਦੀ ਰਹੀ ਤੇ ਦਵਾਈ ਦੇ ਨਾਲ ਕੋਈ ਫਰਕ ਨਹੀਂ ਪਿਆ। ਜਾਣੇ ਵੱਧਦੀ ਵੱਧਦੀ ਗਈ। ਉਹਨਾਂ ਤੋਂ ਮੈਂ ਦਵਾਈ ਘੱਟੋ ਘੱਟ ਵੀ 4-5 ਮਹੀਨੇ ਖਾਂਦੀ ਰਹੀ। ਗੰਢ ਦੀ ਬਜਾਏ ਉਹਦੇ ਵਿੱਚ ਮਤਲਬ ਕਿ ਇੰਨੀਆਂ ਛੋਟੀਆਂ ਗੰਢਾਂ ਬਣ ਗਈਆਂ। ਕਹਿੰਦੇ ਤੁਹਾਡਾ ਟੈਸਟ ਦਿੱਲੀ ਜਾਊਗਾ। ਜਦੋਂ ਉਹਨਾਂ ਨੇ ਦਿੱਲੀ ਦਾ ਟੈਸਟ ਕਿਹਾ ਮੇਰਾ ਦਿਲ ਐ ਸੋਚਿਆ ਵੀ ਇਹ ਕੀ ਹੋ ਗਿਆ, ਵੀ ਦਿੱਲੀ ਕਾਹਤੋਂ ਜਾਊਗਾ। ਕਹਿੰਦੇ ਵੀ ਇਹ ਕੈਂਸਰ ਦਾ ਟੈਸਟ ਆ। ਇਸ ਕਰਕੇ ਮੇਰੇ ਡੈਡੀ ਵੀ ਜਦੋਂ ਤੱਕ ਉਹ ਐਕਸਪਾਇਰ ਹੋਏ ਉਦੋਂ ਤੱਕ ਕਹਿੰਦੇ ਰਹੇ ਤੇਰੀ ਗੰਢਾਂ ਪੁੱਤ ਠੀਕ ਆ। ਮੈਂ ਝੂਠਾ ਮੋਟਾ ਹੀ ਉਹਨਾਂ ਨੂੰ ਕਹਿ ਦਿੰਦੀ ਸੀ ਠੀਕ ਆ। ਹਾਂਜੀ, ਸਿਰੇ ਦੇ ਡਾਕਟਰ ਤੋਂ ਦਵਾਈ ਲੈ ਲਈ ਸੀ ਜਿਨ੍ਹਾਂ ਨੇ ਮਤਲਬ ਕਿ 3 ਦਿਨਾਂ ਦੀ ਦਵਾਈ ਮੈਨੂੰ 2250 ਦੀ ਦਵਾਈ ਵੀ ਦਿੱਤੀ ਹੋਈ ਆ। ਫਿਰ ਇਹ ਮੇਰੀ ਬੇਟੀ ਦੇ ਬਾਰ-ਬਾਰ ਕਹਿਣ 'ਤੇ ਮੈਂ ਇੱਥੇ ਆ ਗਈ। ਜਦੋਂ ਮੈਂ ਇੱਥੇ ਆਈ ਡਾਕਟਰ ਸਾਹਿਬ ਕੋਲ, ਮੈਂ ਇਹਨਾਂ ਨੂੰ ਪਹਿਲਾ ਪ੍ਰਸ਼ਨ ਇਹੀ ਪੁੱਛਿਆ ਵੀ ਡਾਕਟਰ ਸਾਹਿਬ ਮੈਂ ਠੀਕ ਹੋ ਸਕਦੀ ਹਾਂ? ਇਹ ਕਹਿੰਦੇ ਵੀ ਆਂਟੀ ਕਿਉਂ ਨਹੀਂ ਸਹੀ ਹੋ ਸਕਦੀ, ਤੂੰ 100% ਸਹੀ ਹੋ ਸਕਦੀ ਆ। ਬਸ ਜਦੋਂ ਫਿਰ ਇਹਨਾਂ ਨੇ ਮੈਨੂੰ ਦਵਾਈ ਦਿੱਤੀ, ਮੈਂ ਕਹਿੰਦੀ 15 ਦਿਨਾਂ ਦੇ ਵਿੱਚ ਮੇਰੀ ਰਿਕਵਰੀ ਹੋ ਗਈ ਉਸ ਦਵਾਈ ਦੇ ਨਾਲ। ਬਿਲਕੁਲ ਹੀ ਹੁਣ ਬਿਲਕੁਲ ਹੀ ਸਹੀ ਹਾਂ ਮੈਂ। ਕਿ ਜੇ ਸਾਨੂੰ ਡਾਕਟਰ ਵਰਿੰਦਰ ਭੁੱਲਰ ਦਾ ਪਹਿਲਾਂ ਪਤਾ ਲੱਗ ਜਾਂਦਾ, ਮੇਰੇ ਡੈਡੀ ਵੀ ਖਤਮ ਨਹੀਂ ਹੋਣੇ ਸੀ। ਉਹਨਾਂ ਨੇ ਬਚ ਜਾਣਾ ਸੀ। ਉਹਨਾਂ ਨੇ ਬਚ ਜਾਣਾ ਸੀ ਕਿਉਂਕਿ ਇੰਨੇ ਵਧੀਆ ਤਰੀਕੇ ਨਾਲ ਇਲਾਜ ਕਰ ਦਿੰਦੇ ਆ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਵਿਰਕ ਤੇ ਤੁਸੀਂ ਜੁੜੇ ਹੋਏ ਹੋ ਜੀ ਕੇਅਰ ਏਸ਼ੀਆ ਟੀਵੀ ਦੇ ਨਾਲ। ਤੇ ਅੱਜ ਆਪਾਂ ਗੱਲ ਕਰਾਂਗੇ ਜੀ, ਇੱਦਾਂ ਮਾਤਾ ਜੀ ਆਏ ਆ ਸਾਡੇ ਕੋਲ ਜਿਹੜੇ ਕਿ ਬਹੁਤ ਭਿਆਨਕ ਬਿਮਾਰੀ ਆ ਜੀ, ਜਿਹੜੀ ਸਾਡੇ ਆ ਕਾਟਨ ਬੈਲਟ ਦੇ ਵਿੱਚ ਕਾਫੀ ਪਾਈ ਜਾਂਦੀ ਆ, ਜਿਹਨੂੰ ਕੈਂਸਰ ਕਹਿੰਦੇ ਆ। ਲਾਇਲਾਜ ਬਿਮਾਰੀ ਆ, ਆਪਾਂ ਸਾਰੇ ਜਾਣਦੇ ਹਾਂ ਇਸ ਚੀਜ਼ ਨੂੰ ਲੈ ਕੇ ਕਿ ਉਸ ਚੀਜ਼ ਦੀ ਰਿਕਵਰੀ ਜਿਹੜੀ ਆ ਉਹ ਨਾ ਮਾਤਰ ਹੀ ਹੁੰਦੀ ਆ, ਹੈ ਨਾ। ਅਤੇ ਉਹ ਬਿਮਾਰੀ ਦੇ ਨਾਲ ਇਹਨਾਂ ਨੇ ਲੜ ਕੇ ਅਤੇ ਜਿਹੜੀ ਆ ਇਹਨਾਂ ਨੇ ਫਤਿਹ ਪਾਈ ਆ। ਸੋ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕਿ ਉਹ ਜਦੋਂ ਉਹਨਾਂ ਨੇ ਪਹਿਲੀ ਵਾਰ ਕਿੱਦਾਂ ਕੀ ਫੀਲ ਕੀਤਾ, ਜਾਂ ਤਾਂ ਜਦੋਂ ਉਹਨਾਂ ਨੂੰ ਪਹਿਲੀ ਵਾਰ ਪਤਾ ਲੱਗਾ ਵੀ ਕੈਂਸਰ ਆ, ਉਸ ਤੋਂ ਮਗਰੋਂ ਉਹ ਕਿੱਥੇ ਗਏ, ਕਿਸ ਪ੍ਰਕਾਰ ਦੀ ਉਹਨਾਂ ਨੇ ਦਵਾਈ ਜਿਹੜੀ ਆ ਲਈ ਆ, ਅਤੇ ਉਸ ਤੋਂ ਬਾਅਦ ਉਹਨਾਂ ਨੇ ਲਾਸਟ ਰਿਕਵਰੀ ਦੇ ਲਈ ਜਿਹੜੀ ਦਵਾਈ ਆ ਉਹ ਕਿੱਥੋਂ ਲਈ ਹੈ ਅਤੇ ਉਹ ਕਿਵੇਂ ਠੀਕ ਹੋਏ। ਸਤਿ ਸ਼੍ਰੀ ਅਕਾਲ ਮਾਤਾ ਜੀ। ਸਤਿ ਸ਼੍ਰੀ ਅਕਾਲ। ਆਪ ਜੀ ਦਾ ਨਾਮ ਕੀ ਹੈ ਜੀ? ਮੇਰਾ ਨਾਮ ਸਰਬਜੀਤ ਕੌਰ ਹੈ। ਠੀਕ ਹੈ ਜੀ। ਕਿਹੜੀ ਜਗ੍ਹਾ ਤੋਂ ਆਪ ਜੀ? ਮੋਗੇ ਤੋਂ। ਠੀਕ ਹੈ ਜੀ। ਅਤੇ ਮਾਤਾ ਜੀ ਮੈਨੂੰ ਇਹ ਦੱਸੋ ਪਹਿਲਾਂ ਕਿ ਜਦੋਂ ਇਹ ਕਦੋਂ ਕੁ ਦੀ ਗੱਲ ਆ ਜਦੋਂ ਜਿਹੜੀ ਕੈਂਸਰ ਦੀ ਜਿਹੜੀ ਬਿਮਾਰੀ ਆ ਤੁਹਾਨੂੰ ਪਤਾ ਲੱਗਾ ਵੀ ਇਹ ਕੈਂਸਰ ਆ, ਜਾਂ ਕੋਈ ਪਹਿਲਾਂ, ਹੈ ਨਾ? ਮੈਨੂੰ ਮਾੜਾ ਜਿਹਾ ਥੋੜ੍ਹਾ ਵਿਸਥਾਰ ਨਾਲ ਦੱਸਿਓ। ਹਾਂਜੀ, ਪਹਿਲੋਂ ਤਾਂ ਨਹੀਂ ਮੈਨੂੰ ਪਤਾ ਸੀ ਇਸ ਚੀਜ਼ ਦਾ ਕਿ ਮੇਰੇ ਕੈਂਸਰ ਆ। ਮੇਰੇ ਛੋਟੀ ਜਿਹੀ ਜਿੰਨੀ ਕੁ ਆਪਣੇ ਗੁੱਟ ਦੇ ਵਿੱਚ ਗੰਢ ਹੁੰਦੀ, ਇੰਨੀ ਕੁ ਗੰਢ ਮੇਰੀ ਬ੍ਰੈਸਟ ਦੇ ਵਿੱਚ ਹੋਈ ਸੀ। ਉਸ ਨੂੰ ਲੈ ਕੇ ਮੈਂ ਨੋਰਮਲ ਦਵਾਈਆਂ ਖਾਂਦੀ ਰਹੀ ਅਤੇ ਨੋਰਮਲ ਦਵਾਈ ਖਾਂਦੀ ਰਹੀ, ਉਹਦੇ ਨਾਲ ਕੁਛ ਫਰਕ ਨਹੀਂ ਪਿਆ। ਕਾਫੀ ਸਾਰੇ ਡਾਕਟਰਾਂ ਤੋਂ ਮੈਂ ਦਵਾਈ ਖਾਂਦੀ ਰਹੀ ਅਤੇ ਦਵਾਈ ਦੇ ਨਾਲ ਕੋਈ ਫਰਕ ਨਹੀਂ ਪਿਆ। ਜਾਣੇ ਵੱਧਦੀ ਗਈ। ਇਸ ਤਰ੍ਹਾਂ ਹੀ ਦਵਾਈ ਖਾਂਦੀ ਰਹੀ ਅਤੇ ਮੈਨੂੰ ਵਿੱਚ ਮਤਲਬ ਕਿ ਕਹਿਣ ਲੱਗ ਗਏ ਇੱਥੇ ਡਾਕਟਰ ਹੈਗੇ ਆ ਆਤਮਾ ਰਾਮ, ਮੈਂ ਉਹਨਾਂ ਕੋਲ ਚਲੀ ਗਈ। ਉਹ ਕਹਿੰਦੇ ਤੁਹਾਡੇ ਜਨੇਊ ਆ। ਮੈਂ ਉਸ ਚੀਜ਼ ਦੇ ਵਿੱਚ ਚਲੀ ਗਈ। ਮੈਂ ਸੋਚਿਆ ਕਿ ਸ਼ਾਇਦ ਜਨੇਊ ਹੀ ਆ। ਉਹਨਾਂ ਤੋਂ ਮੈਂ ਦਵਾਈ ਘੱਟੋ ਘੱਟ ਵੀ 4-5 ਮਹੀਨੇ ਖਾਂਦੀ ਰਹੀ ਅਤੇ ਉਹਦੇ ਨਾਲ ਗੰਢ ਦੀ ਬਜਾਏ ਉਹਦੇ ਵਿੱਚ ਮਤਲਬ ਕਿ ਇੰਨੀਆਂ ਛੋਟੀਆਂ ਗੰਢਾਂ ਬਣ ਗਈਆਂ ਕਿ ਬਣ ਕੇ ਆਪਣੇ ਆਪ ਹੀ ਫਿਸ ਜਾਂਦੀਆਂ ਸੀ ਅਤੇ ਪੀਕ ਵਗਦੀ ਸੀਗੀ। ਉਹ ਬਸ ਮੈਂ ਉੱਦਾਂ ਹੀ ਦਵਾਈ ਖਾਂਦੀ ਰਹੀ। ਫਿਰ ਥੋੜ੍ਹੇ ਟਾਈਮ ਬਾਅਦ ਉਹਨਾਂ ਨੇ ਮੈਨੂੰ ਟੈਸਟ ਲਿਖ ਕੇ ਦਿੱਤਾ। ਟੈਸਟ ਕਰਾਉਣ ਗਈ ਅਤੇ ਉੱਥੇ ਜਦੋਂ ਮੈਂ ਉਹਨਾਂ ਨੂੰ ਦੇਖਿਆ, ਕਹਿੰਦੇ ਕਿ ਇਹ ਤਾਂ ਮਤਲਬ ਕਿ ਤੇਰਾ ਦਿੱਲੀ ਟੈਸਟ ਜਾਣਾ ਵਾ। ਅੱਛਾ ਜੀ, ਵੱਡਾ ਉਹਨਾਂ ਨੂੰ ਪਹਿਲਾਂ ਸ਼ੱਕ ਜਿਹਾ ਹੋ ਗਿਆ ਸੀ। ਹਾਂਜੀ, ਮੈਨੂੰ ਇਹ ਚੀਜ਼ ਦੀ ਨੌਲੇਜ ਨਹੀਂ ਹੈਗੀ ਸੀ ਕਿ ਵੀ ਉਹਨਾਂ ਨੇ ਮੈਨੂੰ ਮਤਲਬ ਕਿ ਇਹ ਕੈਂਸਰ ਦਾ ਟੈਸਟ ਲਿਖ ਕੇ ਦਿੱਤਾ। ਜਦੋਂ ਮੈਂ ਉੱਥੇ ਗਈ, ਮੈਂ ਅਤੇ ਮੇਰਾ ਬੇਟਾ ਦੋਨੇ ਜਣੇ ਗਏ ਅਤੇ ਉਹ ਕਹਿੰਦੇ ਤੁਹਾਡਾ ਟੈਸਟ ਦਿੱਲੀ ਜਾਊਗਾ। ਜਦੋਂ ਉਹਨਾਂ ਨੇ ਦਿੱਲੀ ਦਾ ਟੈਸਟ ਕਿਹਾ, ਮੇਰਾ ਦਿਲ ਐ ਸੋਚਿਆ ਵੀ ਇਹ ਕੀ ਹੋ ਗਿਆ, ਵੀ ਦਿੱਲੀ ਕਾਹਤੋਂ ਜਾਊਗਾ। ਕਹਿੰਦੇ ਵੀ ਇਹ ਕੈਂਸਰ ਦਾ ਟੈਸਟ ਆ। ਮੈਂ ਡਰ ਗਈ, ਮੈਂ ਵਾਪਸ ਆ ਗਈ, ਟੈਸਟ ਨਹੀਂ ਕਰਵਾਇਆ। ਟੈਸਟ ਨਹੀਂ ਕਰਵਾਇਆ। ਫਿਰ ਮੈਂ ਘਰ ਆ ਗਈ। ਫਿਰ ਅਸੀਂ ਸਕੈਨ ਵਗੈਰਾ ਕਰਾਈ। ਉਹਦੇ ਵਿੱਚ ਮਤਲਬ ਕਿ ਕਾਫੀ ਗੰਢਾਂ ਸੀਗੀਆਂ। ਇੱਦਾਂ ਹੀ ਬਸ ਉਹ ਮੈਂ ਲੈ ਕੇ ਤੁਰੀ ਫਿਰਦੀ ਰਹੀ। ਕਦੀ ਕਿਤੋਂ ਦਵਾਈ ਖਾਂਦੀ ਸੀ, ਕਦੀ ਕਿਤੋਂ। ਆਪਾਂ ਕਹਿ ਸਕਦੇ ਕਿ ਇੰਨੀ ਉਂਗਲ ਜਿੰਨੀ ਮੋਹਰੀ ਹੋ ਗਈ ਸੀ ਮੇਰੀ ਬ੍ਰੈਸਟ ਦੇ ਵਿੱਚ। ਅੱਛਾ ਜੀ। ਅਤੇ ਹਮੇਸ਼ਾ ਇੱਦਾਂ ਕੱਪੜਾ ਵਲੇਟ ਕੇ ਰੱਖਦੀ ਸੀ। ਆਹ ਬੇਟਾ ਮੇਰਾ ਮੇਰੇ ਨਾਲ ਹੁੰਦਾ ਸੀਗਾ ਅਤੇ ਰਾਤ ਨੂੰ ਮੈਂ ਇਹ ਬੈੱਡ 'ਤੇ ਪੈਂਦਾ ਸੀ, ਮੈਂ ਇਹਦੇ ਨਾਲ ਮੰਜੇ 'ਤੇ ਪੈ ਜਾਂਦੀ ਸੀ ਕੋਲੇ। ਅਤੇ ਇੱਧਰਲੀ ਸਾਈਡ ਸੀਗੀ, ਉੱਧਰਲੀ ਸਾਈਡ ਸਾਰੀ ਦੁਖਦੀ ਰਹਿੰਦੀ ਸੀ ਜੀ। ਅਤੇ ਉਹ ਫਿਰ ਮੈਂ ਐਂ ਕਰਕੇ ਪਾਸਾ ਲੈ ਕੇ ਇਹਨੂੰ ਕਹਿਣਾ ਵੀ ਮਨਪ੍ਰੀਤ ਮੇਰੇ ਘੁੱਟ ਦੇ ਇੱਧਰੋਂ ਸਿਰ 'ਤੇ ਬਾਂਹ। ਇਹਨੇ
ਰਾਤ ਨੂੰ 3-3 ਵਜੇ ਤੱਕ ਵਿਚਾਰੇ ਨੇ ਕੁੱਟੀ। ਬਹੁਤ ਪੇਨ ਹੁੰਦਾ ਸੀ, ਸਿਰ ਦੇ ਵਿੱਚ ਦਰਦ ਹੁੰਦਾ ਸੀ, ਠੀਕ ਹੈ ਜੀ। ਬ੍ਰੈਸਟ ਦੇ ਵਿੱਚ ਵੀ। ਇੱਧਰਲਾ ਪਾਸਾ ਤਾਂ ਕਦੀ ਲਿਆ ਹੀ ਨਹੀਂ ਸੀ ਬਿਲਕੁਲ ਵੀ। ਅੱਛਾ ਜੀ। ਉਹਦੇ ਵਿੱਚ ਬਸ ਇਦਾਂ ਹੀ ਵਿੱਚ ਹੀ ਮੇਰੇ ਡੈਡੀ ਵੀ ਐਕਸਪਾਇਰ ਹੋ ਗਏ। ਮੈਂ ਬੜੀ ਪ੍ਰੋਬਲਮ ਦੇ ਵਿੱਚ। ਉਹ ਵੀ ਇਸ ਚੀਜ਼ ਦੀ ਪਰੇਸ਼ਾਨੀ ਲੈ ਕੇ ਹੈ ਨਾ ਤੁਹਾਨੂੰ, ਇਹ ਕਿਹੜੀ ਲਾਇਲਾਜ ਬਿਮਾਰੀ ਲੱਗ ਗਈ ਆ? ਹਾਂਜੀ ਹਾਂਜੀ, ਉਹ ਟੈਨਸ਼ਨ ਵੀ ਬੜੀ ਲੈਂਦੇ ਸੀ ਮੇਰੀ, ਕਿਉਂਕਿ ਮੇਰੇ ਬੱਚੇ ਹਜੇ ਛੋਟੇ ਸੀਗੇ। ਅੱਛਾ। ਇਹਨਾਂ ਦੇ ਫਾਦਰ ਸਾਹਿਬ ਵੀ ਹੈ ਨਹੀਂਗੇ, ਅੱਛਾ। ਇਸ ਕਰਕੇ ਮੇਰੇ ਡੈਡੀ ਵੀ ਜਦੋਂ ਤੱਕ ਉਹ ਐਕਸਪਾਇਰ ਹੋਏ ਉਦੋਂ ਤੱਕ ਉਹ ਕਹਿੰਦੇ ਰਹੇ ਤੇਰੀ ਗੰਡਾ ਪੁੱਤ ਠੀਕ ਆ। ਮੈਂ ਝੂਠਾ ਮੋਟਾ ਹੀ ਉਹਨਾਂ ਨੂੰ ਕਹਿ ਦਿੰਦੀ ਸੀ ਠੀਕ ਆ ਠੀਕ ਆ। ਬਹੁਤ ਜ਼ਿਆਦਾ। ਤਾਂ ਤੁਸੀਂ ਠੀਕ ਹੋ ਗਏ ਨਾ ਹੁਣ ਤਾਂ। ਉਹ ਤਾਂ ਭਿਆਨਕ ਦੌਰ ਸੀ ਇੱਕ, ਹਨਾ, ਉਹ ਇੱਕ ਸਾਡੀ ਜ਼ਿੰਦਗੀ ਦਾ ਉਹ ਵੀ ਇੱਕ ਹਿੱਸਾ ਸੀ। ਉਸ ਚੀਜ਼ 'ਚ ਤਾਂ ਤੁਸੀਂ ਬੜੀ ਲੜ ਕੇ, ਕਿਉਂਕਿ ਤੁਸੀਂ ਅੰਦਰੋਂ ਤਿਆਰ ਸੀ, ਫਿਰ ਚੰਗੇ ਡਾਕਟਰ ਮਿਲ ਗਏ ਹਨਾ, ਉਹਨਾਂ ਦੀ ਦਵਾਈ ਦੇ ਨਾਲ ਤੁਸੀਂ ਠੀਕ ਹੋਏ ਆ। ਇੱਦਾਂ ਹੀ ਫਿਰ ਦਵਾਈ ਲੈਂਦਿਆਂ ਹੀ ਮੇਰੀ ਬੇਟੀ, ਪਹਿਲੋਂ ਮੇਰੀ ਵੀਡੀਓ ਹੈਗੀ ਉਹਦੇ ਵਿੱਚ ਮੇਰੀ ਬੇਟੀ ਨੇ ਮੇਰੇ ਨਾਲ ਇੰਟਰਵਿਊ ਦਿੱਤੀ ਸੀ, ਅਤੇ ਉਹਨਾਂ ਨੇ ਇੱਥੇ ਜੋਬ ਲਈ ਆ ਗਏ ਸੀ, ਡਾਕਟਰ ਵਰਿੰਦਰ ਭੁੱਲਰ ਦੇ ਇੱਥੇ ਲੱਗਣ ਲਈ ਆਏ ਸੀਗੇ ਇੱਦਾਂ ਹੀ। ਅਤੇ ਉਹਨਾਂ ਨੇ 3-4 ਦਿਨ ਇੱਥੇ ਜੋਬ ਕੀਤੀ, ਅਤੇ ਮੈਨੂੰ ਕਹਿੰਦੀ ਮੰਮੀ ਵੀ ਆ ਜਾ, ਤੈਨੂੰ ਮੈਂ ਇੱਥੋਂ ਦਵਾਈ ਦਵਾ ਦਿੰਦੀ ਹਾਂ। ਅਤੇ ਮੈਂ ਕਿਹਾ ਨਹੀਂ, ਵੀ ਮੈਂ ਥੱਕ ਗਈ ਸੀ, ਮਤਲਬ ਕਿ ਮੈਂ ਦਵਾਈਆਂ ਖਾ ਕੇ ਮੇਰੇ ਇੱਕ ਦਿਨ ਵਿੱਚ ਇਹ ਮੇਰੇ ਬੇਟੇ ਨੂੰ ਪਤਾ ਕਿ ਮੇਰੇ ਪੇਨ ਕਲਰ ਇੰਜੈਕਸ਼ਨ ਲਵਾ ਕੇ ਲਿਆਉਂਦਾ ਸੀ, ਇੰਨੀ ਪੇਨ ਹੁੰਦੀ ਸੀ ਨਾ, ਬਹੁਤ ਜ਼ਿਆਦਾ ਪੇਨ ਹੁੰਦੀ। ਤੁਸੀਂ ਫਿਰ ਮੋਗੇ ਦੇ ਆਲੇ ਦੁਆਲੇ ਜਿੰਨੇ ਡਾਕਟਰ ਆ ਸਾਰਿਆਂ ਤੋਂ ਦਵਾਈ ਲੈ ਲਈ ਸੀ? ਸਿਰੇ ਦੇ ਡਾਕਟਰ? ਹਾਂਜੀ, ਸਿਰੇ ਦੇ ਡਾਕਟਰ ਤੋਂ ਦਵਾਈ ਲੈ ਲਈ ਸੀ, ਜਿਨ੍ਹਾਂ ਨੇ ਮਤਲਬ ਕਿ 3 ਦਿਨਾਂ ਦੀ ਦਵਾਈ ਮੈਨੂੰ 2200 ਦੀ ਦਵਾਈ ਵੀ ਦਿੱਤੀ ਹੋਈ ਆ। ਸਿੱਧੂ ਡਾਕਟਰ ਜਿਹੜੇ, ਉਹਨਾਂ ਤੋਂ ਵੀ ਮੈਂ ਦਵਾਈ ਖਾਧੀ, ਬਹੁਤ ਟਾਈਮ ਖਾਧੀ ਮੈਂ। ਹਾਲਾਂਕਿ ਮੇਰੇ ਬ੍ਰਦਰ ਦੇ ਨਾਲ ਬਹੁਤ ਵਧੀਆ ਲਿੰਕ ਸੀ ਉਹਨਾਂ ਦੀ ਉਹ ਦਵਾਈ ਮਹਿੰਗੀ ਬਹੁਤ। ਹਾਂਜੀ, ਉਹਦੇ ਨਾਲ ਉਲਟਾ ਅਸਰ ਹੋ ਗਿਆ, ਮਤਲਬ ਕਿ ਜਿੰਨੀ ਮੈਂ ਦਵਾਈ ਖਾਧੀ ਉਨੇ ਮੇਰੇ ਪੈਰਾਂ 'ਚ ਜਲਨ ਹੋਣ ਲੱਗ ਗਈ, ਹੱਥਾਂ 'ਚ ਜਲਨ ਇੰਨੀ। ਹਾਂਜੀ, ਅਤੇ ਮਤਲਬ ਕਿ ਦੇਖ ਲਓ, ਮੈਂ ਬਰਫ਼ ਦਾ ਡੋਂਗਾ ਜਿਹੜਾ ਕੱਢ ਕੇ ਰੱਖ ਕੇ ਵਿੱਚ, ਅਤੇ ਉਹਦੇ 'ਤੇ ਪੈਰ ਰੱਖ ਦਿੰਦੀ ਸੀ, ਮੈਨੂੰ ਠੰਡੇ ਨਹੀਂ ਲੱਗਦੀ ਸੀ, ਭੋਰਾ ਠੰਡੇ ਨਹੀਂ ਲੱਗਦੇ, ਇੰਨੀਆਂ ਤਲੀਆਂ ਸੜਦੀਆਂ। ਖਾਣਾ ਪੀਣਾ ਵੀ ਮੇਰਾ ਬਿਲਕੁਲ ਬੰਦ ਹੋ ਗਿਆ ਸੀ, ਮੈਨੂੰ ਚੀਜ਼ ਨਾ, ਪਾਣੀ ਵੀ ਕੌੜਾ ਲੱਗਦਾ ਸੀ। ਰੋਟੀ ਤਾਂ ਬਿਲਕੁਲ ਹੀ ਬਹੁਤ ਘੱਟ ਖਾਂਦੀ ਸੀ, ਸਾਰਾ ਦਿਨ ਮੈਂ ਪਈ ਰਹਿੰਦੀ ਸੀ। ਮੈਂ ਸੋਚਦੀ ਸੀ ਵੀ ਪਤਾ ਨਹੀਂ ਪਰਮੇਸ਼ਰ ਵੀ ਕੀ ਹੁਣ ਮੇਰਾ ਕੀ ਬਣੂਗਾ, ਹੁਣ ਮੇਰਾ ਤਾਂ ਕਿੱਦਾਂ ਨਹੀਂ ਹੋਊਗਾ। ਤੁਸੀਂ ਲੁਧਿਆਣੇ ਵਗੈਰਾ ਜਿਹੜੇ ਹੋਰ ਡਾਕਟਰ ਆ ਵੱਡੇ ਜੀ, DMC ਜਾਂ ਹੋਰ ਵੱਡੇ ਹਸਪਤਾਲ ਨੇ ਜਾਂ PGI ਆ, ਉੱਥੇ ਵਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ? ਨਹੀਂ ਰਾਜੇ, ਉੱਥੇ ਤੱਕ ਨਹੀਂ ਮੈਂ ਗਈ, ਕਿਉਂਕਿ ਮੇਰੇ ਹਸਬੈਂਡ ਹੈ ਨਹੀਂ ਸੀ, ਅਸੀਂ ਨਾ ਸਾਡੇ ਕੋਲ ਇੰਨਾ ਪੈਸਾ ਸੀਗਾ ਕਿ ਵੀ ਇੱਥੋਂ ਤੱਕ ਚਲੇ ਜਾਈਏ। ਬਸ ਮੈਂ ਇਹੀ ਸੋਚਦੀ ਸੀ ਵੀ ਜੇ ਤਾਂ ਪਰਮੇਸ਼ਰ ਤੂੰ ਮੈਨੂੰ ਜਿਉਂਦੀ ਰੱਖਣਾ ਤਾਂ ਮੈਨੂੰ ਬਚਾ ਲਏਗਾ, ਨਹੀਂ ਤਾਂ ਫਿਰ ਤੇਰੀ ਮਰਜ਼ੀ ਹੈ ਨਾ। ਤੁਸੀਂ ਜਮਾਂ ਹੀ ਹਾਰ ਮੰਨ ਚੁੱਕੇ ਸੀ ਵੀ ਤੁਸੀਂ ਇਸ ਚੀਜ਼ ਨੂੰ ਮੰਨ ਲਿਆ ਸੀ ਵੀ ਪਤਾ ਨਹੀਂ ਹਨਾ, ਵੀ ਇਹ ਤਾਂ ਬਿਮਾਰੀ ਹੋ ਗਈ ਆ ਅਤੇ ਹੁਣ ਠੀਕ ਹੀ ਨਹੀਂ ਹੋਣਾ ਹਨਾ? ਹਾਂਜੀ, ਇਹ ਸੋਚ ਲਿਆ ਸੀ ਮੈਂ। ਬਸ ਬੈਠੀ ਰਹਿੰਦੀ ਸੀ ਇੱਦਾਂ, ਬੈੱਡ ਦੀ ਢੋਅ ਨੂੰ ਲਾ ਲੈਂਦੀ ਸੀ ਸਿਰ, ਅਤੇ ਜਾਂ ਬਸ ਪੈ ਜਾਂਦੀ ਸੀ। ਬਸ ਕੰਮ ਤਾਂ ਬਹੁਤ ਦੂਰ ਦੀਆਂ ਗੱਲਾਂ, ਮੇਰੀ ਬੇਟੀ ਤਾਂ ਵਿਚਾਰੀ ਸਾਰਾ ਕੰਮ ਕਰਦੀ ਸੀਗੀ। ਟੈਨਸ਼ਨ ਵੀ ਲੈਂਦੇ ਸੀ ਮੇਰੇ ਬੱਚੇ, ਕਹਿੰਦੇ ਸੀ ਪਤਾ ਨਹੀਂ ਕੀ ਬਣਨਾ। ਮੈਨੂੰ ਨਹੀਂ ਇਹ ਚੀਜ਼ ਦੱਸਦੀ ਸੀ, ਡਾਕਟਰਾਂ ਨੇ ਇਹ ਕਲੀਅਰ ਕਰ ਦਿੱਤਾ ਸੀ ਕਿ ਕੈਂਸਰ ਆ। ਅਤੇ ਜਦੋਂ ਮੈਂ ਮਤਲਬ ਕਿ ਇੱਥੇ ਬੇਟੀ ਜੋਬ ਲਈ ਆਈ, ਅਤੇ ਜਦੋਂ ਇਹਨੇ ਦੇਖਿਆ 3-4 ਦਿਨ, ਮੈਨੂੰ ਕਹਿੰਦੀ ਮੰਮੀ ਤੂੰ ਮੇਰੇ ਨਾਲ ਚਲੀ ਚੱਲ। ਮੈਂ ਕਿਹਾ ਨਹੀਂ, ਮੈਂ ਨਹੀਂ ਜਾਣਾ ਜੋਤੀ, ਮੈਨੂੰ ਕਿਤੋਂ ਆਰਾਮ ਨਹੀਂ ਆਇਆ ਹੈਗਾ। ਵੀ ਮੈਂ ਬੰਦੇ ਤਾਂ ਆਏ ਆ ਵੀ ਹਰ ਆਪਾਂ ਇੰਨੀਆਂ ਦਵਾਈਆਂ ਖਾ ਕੇ ਵੈਸੇ ਹੀ ਅੱਕ ਗਏ ਹੁੰਦੇ ਆ ਕਿ ਪਤਾ ਨਹੀਂ ਠੀਕ ਹੋਣਾ ਕਿ ਨਹੀਂ, ਪਤਾ ਨਹੀਂ ਅੱਜ ਕੱਲ੍ਹ ਜੋ ਚੱਲ ਰਿਹਾ ਉਹ ਡਾਕਟਰ ਹੈਗੇ ਵੀ ਹੈ ਕਿ ਨਹੀਂ ਹੈਗੇ। ਕਈ ਮਨ 'ਚ ਆਪਾਂ ਵੈਸੇ ਹੀ ਨਾਵਾਚਕ ਜ਼ਿਆਦਾ ਹੋਏ ਹੁੰਦੇ ਆ। ਹਾਂਜੀ, ਮੈਂ ਇਹ ਸੋਚ ਲਿਆ ਸੀ ਪਤਾ ਨਹੀਂ ਹੁਣ ਆਰਾਮ ਆਊਗਾ, ਕਿਉਂਕਿ ਜਦ ਮੈਂ ਦਵਾਈਆਂ ਖਾ ਕੇ ਅੱਕ ਚੁੱਕੀ ਸੀ। ਇੱਕ ਅੱਧਾ ਡਾਕਟਰ ਤਾਂ ਹੈ ਨਹੀਂ ਸੀਗਾ, ਮਤਲਬ ਕਿ ਐਂਡ ਵਾਲੇ ਡਾਕਟਰ ਤੱਕ ਵੀ ਜਾ ਚੁੱਕੀ ਸੀਗੀ। ਅਤੇ ਫਿਰ ਇਹ ਮੇਰੀ ਬੇਟੀ ਦੇ ਬਾਰ-ਬਾਰ ਕਹਿਣ 'ਤੇ ਮੈਂ ਇੱਥੇ ਆ ਗਈ। ਜਦੋਂ ਮੈਂ ਇੱਥੇ ਆਈ ਡਾਕਟਰ ਸਾਹਿਬ ਕੋਲ, ਇਹ ਕਦੋਂ ਦੀ ਗੱਲ ਆਈ ਜਦੋਂ ਤੁਸੀਂ ਇੱਥੇ ਆਏ ਪਹਿਲੀ ਵਾਰ? 7-8 ਮਹੀਨੇ ਹੋ ਗਏ, 7-8 ਮਹੀਨੇ ਹੋ ਗਏ ਉਦੋਂ ਮੈਂ ਆਈ ਡਾਕਟਰ ਸਾਹਿਬ ਕੋਲ। ਅਤੇ ਮੈਂ ਡਾਕਟਰ ਸਾਹਿਬ ਨੂੰ ਆ ਕੇ ਦੱਸਿਆ ਸਾਰੀ ਗੱਲ। ਮੈਂ ਇਹਨਾਂ ਨੂੰ ਪਹਿਲਾ ਪ੍ਰਸ਼ਨ ਇਹੀ ਪੁੱਛਿਆ ਵੀ ਡਾਕਟਰ ਸਾਹਿਬ ਮੈਂ ਠੀਕ ਹੋ ਸਕਦੀ ਹਾਂ? ਵੀ ਮੈਨੂੰ ਪਤਾ ਸੀ, ਕਿਉਂਕਿ ਮੇਰੀ ਪ੍ਰੋਬਲਮ ਆਪਾਂ ਮਤਲਬ ਕਿ ਜਿਵੇਂ ਇੱਕ ਰੋੜਾ ਨਹੀਂ ਹੁੰਦਾ, ਰੋੜਾ ਵੀ ਉਹ ਰੋੜੇ ਜਿੰਨੀ ਗੰਢ ਮੇਰੇ ਬ੍ਰੈਸਟ ਦੇ ਵਿੱਚ ਸੀ। ਹਾਂਜੀ, ਇੱਕ ਨਹੀਂ ਸੀਗੀਆਂ, 4-5 ਗੰਢਾਂ ਸੀਗੀਆਂ। ਹਾਂਜੀ, ਤਾਂ ਜਦੋਂ ਮੈਂ ਇਹਨਾਂ ਨੂੰ ਪੁੱਛਿਆ, ਇਹ ਕਹਿੰਦੇ ਵੀ ਆਂਟੀ ਕਿਉਂ ਨਹੀਂ ਸਹੀ ਹੋ ਸਕਦੀ, ਤੂੰ 100% ਸਹੀ ਹੋ ਸਕਦੀ ਆ। ਚਲੋ ਇਹਨਾਂ ਨੇ ਮੈਨੂੰ ਕਾਫੀ ਸਾਰਾ ਹੌਸਲਾ ਦਿੱਤਾ, ਮੈਡੀਸਨ ਦਿੱਤੀ। ਜਦੋਂ ਮੈਡੀਸਨ ਦੇਣ ਤੋਂ ਮੁੜ ਕੇ ਬਾਹਰ ਇੱਕ ਨਾਗੀ ਸਰ ਹੈਗੇ, ਮੈਂ ਉਹਨਾਂ ਕੋਲ ਵੀ ਜਾ ਕੇ ਪੁੱਛਿਆ, ਮੈਂ ਕਿਹਾ ਵੀ ਸਰ ਮੈਂ ਸਹੀ ਹੋ ਸਕਦੀ ਹਾਂ? ਕਹਿੰਦੇ ਹੋ ਸਕਦੀ, 100% ਸਹੀ ਹੋ ਸਕਦੀ ਆਂਟੀ, ਤੂੰ ਕਿਉਂ ਨਹੀਂ ਹੋ ਸਕਦੀ, ਤੂੰ ਸਹੀ ਜਗ੍ਹਾ 'ਤੇ ਆ ਗਈ। ਮੈਨੂੰ ਕਹਿੰਦੇ ਹੁਣ ਨਹੀਂ ਤੈਨੂੰ ਕੁਛ ਵੀ ਹੁੰਦਾ। ਬਸ ਜਦੋਂ ਫਿਰ ਇਹਨਾਂ ਨੇ ਮੈਨੂੰ ਦਵਾਈ ਦਿੱਤੀ,
ਮੈਂ ਕਹਿੰਦੀ 15 ਦਿਨਾਂ ਦੇ ਵਿੱਚ ਮੇਰੀ ਰਿਕਵਰੀ ਹੋ ਗਈ ਉਸ ਦਵਾਈ ਦੇ ਨਾਲ। 15 ਦਿਨਾਂ 'ਚ ਤੁਹਾਨੂੰ ਸਰੀਰਕ ਤੌਰ ਤੇ ਕਿਹੜੇ ਐਵੇਂ ਦੇ ਲੱਛਣ ਤੁਹਾਨੂੰ ਫੀਲ ਹੋਏ, ਵੀ ਤੁਹਾਨੂੰ ਮਹਿਸੂਸ ਹੋਏ ਕਿ ਵੀ ਇਦਾਂ ਕਰਕੇ ਵੀ ਤੁਸੀਂ ਠੀਕ ਹੋ ਰਹੇ ਹੋ? 15 ਦਿਨਾਂ ਦੇ ਵਿੱਚ ਇਹਨਾਂ ਨੇ ਮੈਨੂੰ ਦਵਾਈ ਦਿੱਤੀ ਸੀ ਉੱਤੇ ਲਾਉਣ ਨੂੰ। ਮੈਂ ਖੁੱਲਾ ਜਿਹਾ ਜੰਪਰ ਪਾਉਂਦੀ ਹੁੰਦੀ ਸੀ, ਤੇ ਮੈਂ ਲਾ ਕੇ ਕਹਿੰਦੇ ਸੀ ਵੀ ਪੈ ਜਾਣਾ ਤੁਸੀਂ। ਤੇ ਜਦੋਂ ਮੈਂ ਰਾਤ ਨੂੰ ਲਾ ਕੇ ਉਹ ਮੈਡੀਸਨ ਪੈ ਜਾਂਦੀ ਸੀ ਉੱਤੇ, ਤੇ ਸਵੇਰ ਨੂੰ ਉਹ ਪੂਰਾ ਜਿਹੜਾ ਰੇਸ਼ਾ ਵਿੱਚੋਂ ਨਿਕਲ ਕੇ ਪੀ ਕੇ ਨਿਕਲ ਕੇ ਕਮੀਜ਼ ਮੇਰਾ ਆਕੜ ਜਾਂਦਾ ਸੀਗਾ। ਨੀਂਦ ਮੈਨੂੰ ਆਉਣ ਲੱਗ ਗਈ ਸੀ, ਨਹੀਂ ਪਹਿਲਾਂ ਨੀਂਦ ਨਹੀਂ ਆਉਂਦੀ ਸੀ। ਜਦੋਂ ਮੈਂ ਇਹਨਾਂ ਦੀ ਦਵਾਈ ਖਾਧੀ ਉਦੋਂ ਮੈਨੂੰ ਨੀਂਦ ਆਉਣ ਲੱਗ ਗਈ ਸੀ, ਸੌਂ ਜਾਂਦੀ ਸੀ। ਦਰਦ ਰੁਕ ਗਿਆ ਸੀ? ਹਾਂਜੀ ਦਰਦ ਰੁਕ ਗਿਆ ਸੀਗਾ। ਤੇ ਉਹ ਬਸ 15 ਦਿਨਾਂ ਦੇ ਵਿੱਚ ਜਿਹੜੇ ਜ਼ਖਮ ਸੀ ਨਾ ਉਹਨਾਂ ਦੇ ਵਿੱਚੋਂ ਪੀਕ ਨਿਕਲ ਗਈ ਸੀ। ਤੇ ਜਿਹੜੀਆਂ ਛੋਟੀਆਂ ਜਿਹੀਆਂ 2 ਗੰਢਾਂ ਰਹਿ ਗਈਆਂ ਸੀਗੀਆਂ ਉਹ ਫਿਰ ਮੇਰੀ ਮੈਡੀਸਨ ਚੱਲਦੀ ਰਹੀ, ਮੈਂ ਫਿਰ ਮੈਡੀਸਨ ਖਾਂਦੀ ਰਹੀ, ਉਹ ਮੇਰੇ ਕਲੀਅਰ ਹੋ ਗਈਆਂ ਬਿਲਕੁਲ ਹੀ। ਹੁਣ ਬਿਲਕੁਲ ਹੀ ਸਹੀ ਹੈ ਮੈਂ। ਹਾਲਾਂਕਿ ਮੇਰੇ ਨਾ ਕੋਲੈਸਟਰੋਲ ਵੀ ਸੀਗੇ, ਆ ਨਿਸ਼ਾਨ ਹੁਣ ਤਾਂ ਪਤਾ ਨਹੀਂ ਥੋੜ੍ਹੇ ਦਿਖਦੇ ਹੋਣਗੇ। ਪਹਿਲਾਂ ਇਹ ਆਪਾਂ ਜਿੰਨਾ ਪੂਰਾ ਜਿਵੇਂ ਚਿੱਟਾ ਮੇਰੇ ਜੈਂਪਰ ਦੇ ਵਿੱਚ ਇੱਦਾਂ ਦੀ ਚਿੱਟੇ ਨਿਸ਼ਾਨ ਸੀ ਉਹਦਾ। ਹਾਲਾਂਕਿ ਮੈਂ ਦਵਾਈ ਨਹੀਂ ਲਈ ਕੋਈ ਵੀ, ਇਹਨਾਂ ਦੀ ਦਵਾਈ ਨਾਲ ਇਸ ਤਰ੍ਹਾਂ ਹੀ ਸਹੀ ਹੋ ਗਿਆ। ਤੁਸੀਂ ਜਿਹੜੀ ਕੈਂਸਰ ਦੀ ਲੈ ਰਹੇ ਸੀ ਦਵਾਈ, ਜਿਹਦੇ ਨਾਲ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਕੁਦਰਤੀ ਤੌਰ ਤੇ ਠੀਕ ਹੋ ਰਹੀਆਂ ਸੀ? ਹਾਂਜੀ ਬਹੁਤ, ਉਹ ਵੀ ਠੀਕ ਹੋ ਗਿਆ। ਉਹ ਵੀ ਮੈਨੂੰ ਪਤਾ ਹੀ ਨਹੀਂ ਲੱਗਿਆ। ਮੈਨੂੰ ਤਾਂ ਬਾਅਦ ਦੇ ਵਿੱਚ ਮਤਲਬ ਕਿ ਆਪਦੇ ਚਿਹਰੇ ਨੂੰ ਮੈਂ ਵੇਖਿਆ, ਕਹਿੰਦੇ ਮੰਮੀ ਆਹ ਵੀ ਤੇਰੇ ਵੀ ਸਹੀ ਹੋ ਗਏ ਜਿਹੜੇ ਅੱਖਾਂ 'ਤੇ ਨਿਸ਼ਾਨ ਸੀਗੇ। ਆ ਬੇਟਾ ਮੇਰਾ 24 ਸਾਲ ਦਾ ਹੋ ਗਿਆ। ਤੇ ਜਦੋਂ ਮੈਨੂੰ ਇਹ ਬੇਟਾ ਪ੍ਰੈਗਨੈਂਟ ਸੀ ਮੈਂ ਉਦੋਂ ਤੋਂ ਨਾ ਮੈਨੂੰ ਸਕਿਨ ਦੀ ਪ੍ਰੋਬਲਮ ਸੀਗੀ ਨਾਲ। ਉਹ ਮੈਂ ਮਤਲਬ ਕਿ ਜਿਵੇਂ ਤੀਸਰੇ ਚੌਥੇ ਦਿਨ ਇੰਜੈਕਸ਼ਨ ਲਵਾ ਲੈਂਦੀ ਸੀ ਐਲਰਜੀ ਦਾ। ਤੇ ਮੈਡੀਸਨ ਤਾਂ ਮੈਂ ਖਾਂਦੀ ਰਹਿੰਦੀ ਸੀ। ਜੇ ਮੌਸਮ ਚੇਂਜ ਹੁੰਦਾ ਸੀ, ਜਦੋਂ ਵੀ ਮੌਸਮ ਚੇਂਜ ਹੁੰਦਾ ਸੀ ਨਾ, ਜਿਵੇਂ ਗਰਮੀ ਤੋਂ ਸਰਦੀ, ਸਰਦੀ ਤੋਂ ਗਰਮੀ ਜਦੋਂ ਵੀ ਹੁੰਦੀ ਸੀ, ਉਹ ਚੀਜ਼ ਵੀ ਮੇਰੀ ਠੀਕ ਹੋ ਗਈ। ਮੈਂ ਇਹਨਾਂ ਨੂੰ ਦੱਸਿਆ ਡਾਕਟਰ ਸਾਹਿਬ ਨੂੰ ਆ ਕੇ ਵੀ ਮੇਰੇ ਨਾ ਖਾਰਿਸ਼ ਹੁੰਦੀ ਆ ਡਾਕਟਰ ਸਾਹਿਬ। ਇਹਨਾਂ ਨੇ ਮੈਨੂੰ ਤੇਲ ਦੇਤਾ ਲਾਉਣ ਨੂੰ, ਉਹ ਕੋਕੋਨਟ ਆਇਲ ਜਿਹੜਾ ਦਿੱਤਾ ਇਹਨਾਂ ਨੇ, ਮੈਂ ਉਹ ਲਗਾਉਂਦੀ ਰਹੀ। ਤੇ ਮੇਰੀ ਸਕਿਨ ਦੇਖ ਲਓ ਮਤਲਬ ਕਿ ਇੰਨੀ ਵਧੀਆ ਹੋ ਚੁੱਕੀ ਆ, ਕੋਈ ਦਾਣਾ ਨਹੀਂ, ਕਿਤੇ ਨਹੀਂ, ਕੁਛ ਨਹੀਂ ਰਹਿ ਗਿਆ। ਹੁਣ ਤਾਂ ਬਿਲਕੁਲ ਠੀਕ ਆ, ਹੁਣ ਤਾਂ ਲੱਗ ਹੀ ਨਹੀਂ ਰਿਹਾ ਕੋਈ ਪ੍ਰੋਬਲਮ। ਹਾਂਜੀ ਬਿਲਕੁਲ ਸਹੀ ਹੋ ਚੁੱਕੀ ਆ। ਉਹ ਖਾਰਿਸ਼ ਦੀ ਪ੍ਰੋਬਲਮ ਵੀ ਮਤਲਬ ਕਿ ਜਿੰਨੀਆਂ ਦਿੱਕਤਾਂ ਸੀਗੀਆਂ ਮੇਰੀਆਂ ਪ੍ਰੋਪਰ ਠੀਕ ਹੋ ਚੁੱਕੀਆਂ। ਹਾਲਾਂਕਿ ਉਹਨਾਂ ਦੀ ਦਵਾਈ ਨਹੀਂ ਮੈਂ ਲਈ ਹੈਗੀ, ਮੇਰੀ ਦਵਾਈ ਬਸ ਇਹੀ ਚੱਲਦੀ ਰਹੀ ਆ ਵੀ ਨਾਲ। ਇਹ ਤਾਂ ਹੁੰਦਾ ਸਭ ਨੂੰ ਪਤਾ ਵੀ ਨਾਲ ਮੈਨੂੰ ਦਵਾਈ ਕਿੱਦਾਂ ਦਿੰਦੇ ਰਹੇ ਆ, ਤੇ ਵੀ ਮੈਂ ਇਸ ਤਰ੍ਹਾਂ ਠੀਕ ਹੁੰਦੀ ਰਹੀ ਹਾਂ। ਤੇ ਜਿਵੇਂ ਆਪ ਜੀ ਨੇ ਪਹਿਲਾਂ ਦੱਸਿਆ ਜੀ ਕਿ 2-2000 ਦੀਆਂ ਪਹਿਲਾਂ ਤੁਸੀਂ ਦਵਾਈਆਂ ਲੈਂਦੇ ਹੁੰਦੇ ਸੀ, ਇੱਕ ਵਾਰ ਦੀ ਦਵਾਈ ਹੈ ਨਾ ਜਿਹੜੀ ਕੁਝ ਕੁ ਦਿਨ ਚੱਲਦੀ ਸੀ। ਇਹ ਫਿਰ ਇੱਥੋਂ ਦੀ ਜਿਹੜੀ ਦਵਾਈ ਆ ਉਹ ਤੁਹਾਨੂੰ ਲੱਗਾ ਕਿ ਤੁਹਾਡੀ ਜੇਬ ਤੇ ਜ਼ਿਆਦਾ ਬੋਝ ਨਹੀਂ ਪੈ ਰਿਹਾ, ਸਸਤੀ ਉਹਦੇ ਨਾਲ ਦਵਾਈ ਲੱਗੀ ਤੁਹਾਨੂੰ? ਹਾਂਜੀ ਸਸਤੀ ਹੈ, ਮੇਰੀ ਜਾਨ ਬਚ ਗਈ। ਮਹਿੰਗੀਆਂ ਦਵਾਈਆਂ ਨਾਲ ਵੀ ਨਹੀਂ ਬਚੀ ਸੀਗੀ। 15 ਦਿਨ ਦੀ ਦਵਾਈ ਸੀਗੀ ਤੇ ਲੈ ਲੈਂਦੀ ਸੀ, ਤੇ ਕਈ ਵਾਰ ਮਹੀਨੇ ਦੀ ਵੀ ਲੈ ਕੇ ਚਲੀ ਜਾਂਦੀ ਸੀ। ਐਡੀ ਕੋਈ ਖਾਸ ਮਹਿੰਗੀ ਵੀ ਨਹੀਂ ਦਵਾਈ ਲੱਗਦੀ ਸੀ। ਜਿਹੜਾ ਇਨਸਾਨ ਬਚ ਜਾਂਦਾ ਉਹਨੂੰ ਦਵਾਈ ਮਹਿੰਗੀ ਤਾਂ ਲੱਗਦੀ ਹੀ ਨਹੀਂ ਹੈਗੀ ਨੇ। ਤੇ ਕਿੱਥੇ ਇਹ ਮੈਂ ਜਦੋਂ ਹੋ ਗਏ ਸੀ ਮੈਨੂੰ 4 ਕੁ ਮਹੀਨੇ ਖਾਂਦੀ ਨੂੰ ਦਵਾਈ ਨੂੰ, ਤੇ ਉਦੋਂ ਮੈਂ ਡਾਕਟਰ ਸਾਹਿਬ ਨੂੰ ਪੁੱਛਿਆ ਵੀ ਡਾਕਟਰ ਸਾਹਿਬ ਮੈਨੂੰ ਪ੍ਰੋਪਰ ਕਿਦੋਂ ਆਰਾਮ ਆ ਜਾਊਗਾ। ਤੇ ਮੈਨੂੰ ਕਹਿੰਦੇ ਵੀ ਇੱਕ ਬੋਤਲ ਆ ਨਾ, ਜਦੋਂ ਆਪਾਂ ਬੋਤਲ ਖਾਲੀ ਕਰਨੀ ਹੁੰਦੀ ਨਾ ਉਹਨੂੰ ਥੋੜ੍ਹਾ ਸਮਾਂ ਲੱਗ ਜਾਂਦਾ। ਮੇਰੇ ਡਾਕਟਰ ਸਾਹਿਬ ਨੇ ਇੱਦਾਂ ਮੈਨੂੰ ਕਿਹਾ। ਤੇ ਕਹਿੰਦੇ ਵੀ ਤੇਰਾ ਕੰਮ ਸੀ ਐਂਟੀ ਆਪਰੇਸ਼ਨ, ਤੇ ਬਿਨਾਂ ਆਪਰੇਸ਼ਨ ਤੋਂ ਆਪਾਂ ਸਹੀ ਕਰ ਰਹੇ ਹਾਂ। ਤੇ ਮਤਲਬ ਕਿ ਫਿਰ ਉਹ ਸਹੀ ਉਹਨਾਂ ਨੇ ਜੇ ਮੈਂ ਉਹਨਾਂ ਦੇ ਮੁਤਾਬਕ ਚੱਲੀ, ਜੋ ਕੁਛ ਪਰਹੇਜ਼ ਉਹਨਾਂ ਨੇ ਰਖਾਏ ਮੈਂ ਉਹ ਵੀ ਰੱਖੇ, ਮਤਲਬ ਕਿ ਪੂਰਾ ਉਹਨਾਂ ਦੇ ਅਸੂਲਾਂ ਦੇ ਮੁਤਾਬਕ ਚੱਲ ਕੇ ਤੇ ਮੇਰੀ ਇਹ ਪ੍ਰੋਬਲਮ ਬਿਲਕੁਲ ਸਹੀ ਹੋ ਚੁੱਕੀ। ਠੀਕ ਹੈ, ਗਿਲਟੀਆਂ ਸਾਰੀਆਂ ਖੁਰ ਗਈਆਂ, ਜਿਹੜਾ ਜ਼ਖਮ ਸੀ, ਜਿਹੜਾ ਰੇਸ਼ਾ ਸੀ, ਸਭ ਕੁਝ ਖਤਮ ਹੋ ਗਿਆ? ਹਾਂਜੀ ਬਿਲਕੁਲ ਸਹੀ ਹੈ, ਬਿਲਕੁਲ ਸਾਫ਼ ਹੋ ਗਿਆ। ਕਿਉਂਕਿ ਮੇਰੀ ਬੇਟੀ ਦੀ ਵੀ ਮੈਰਿਜ ਕਰ ਦਿੱਤੀ, ਜੋਤੀ ਦੀ। ਇਹ ਬੇਟਾ ਮੇਰਾ, ਅਸੀਂ ਦੋਨੇ ਹੁੰਨੇ ਘਰੇ ਕੰਮ ਸਾਰਾ ਮੈਂ ਕਰਦੀ ਹਾਂ, ਰੋਟੀ ਪਾਣੀ ਬਣਾਉਣੀ ਆ, ਸਾਰਾ ਕੱਪੜੇ ਲੀੜੇ ਧੋ। ਪਹਿਲਾਂ ਦੀ ਤਰ੍ਹਾਂ ਹੀ ਫੀਲ ਕਰਦੇ ਹੋ ਕਿ ਜਿਵੇਂ ਪਹਿਲਾਂ ਤੁਸੀਂ ਜਦੋਂ ਤੰਦਰੁਸਤ ਸੀ, ਅੱਜ ਤੋਂ 10 ਸਾਲ ਪਹਿਲਾਂ ਜਿਹੜੀ ਤੁਹਾਡੀ 'ਚ ਤਾਕਤ ਸੀ, એનર્ਜੀ ਸੀ ਕੰਮ ਕਰਨ ਦੀ, ਹੈ ਨਾ, ਸਮਰੱਥਾ ਹੁੰਦੀ ਆ, ਕੀ ਵੀ ਤੁਹਾਨੂੰ ਲੱਗਦਾ ਕਿ ਉਹ ਚੀਜ਼ ਤੁਸੀਂ ਦੁਬਾਰਾ ਵਾਪਸ ਲੈ ਲਈ? ਹਾਂਜੀ ਬਿਲਕੁਲ ਵਧੀਆ, ਠੀਕ ਆ ਮੈਂ। ਕੋਈ ਨਹੀਂ ਇੱਦਾਂ ਦੀ ਮੈਨੂੰ ਪ੍ਰੋਬਲਮ ਲੱਗਦੀ। ਇੱਕ ਇਹਨਾਂ ਨੇ ਮੈਨੂੰ ਆਮਲਾ ਦਿੱਤਾ ਸੀਗਾ, ਮੇਰੇ ਪੇਟ ਦੀ ਪ੍ਰੋਬਲਮ ਹੁੰਦੀ ਸੀਗੀ, ਮੇਰੇ ਤੇਜ਼ਾਬ ਬਣ ਜਾਂਦੇ, ਕੁਛ ਨਹੀਂ ਮੈਂ ਖਾ ਸਕਦੀ ਸੀ। ਹੁਣ ਮੈਂ ਸਾਰੀ ਚੀਜ਼ ਖਾ ਸਕਦੀ ਹਾਂ। ਮੈਂ 2012 ਦੇ ਵਿੱਚ ਮੇਰਾ ਐਕਸੀਡੈਂਟ ਹੋ ਗਿਆ ਸੀਗਾ, ਤੇ ਉਦੋਂ ਮੈਂ ਕੈਪਸੂਲ ਖਾਂਦੀ ਹੁੰਦੀ ਸੀ ਤੇਜ਼ਾਬ ਦਾ। ਤੇ ਮਤਲਬ ਕਿ ਜਦੋਂ ਮੈਂ ਦਵਾਈ ਲਈ ਇੱਥੇ ਆ ਕੇ 21 ਦੇ ਵਿੱਚ ਦਵਾਈ ਸ਼ੁਰੂ ਕੀਤੀ ਹੈ। 21 ਦੇ ਵਿੱਚ, ਹਾਂਜੀ 21 ਲਾਸਟ ਜੇ ਦੇ ਵਿੱਚ ਸ਼ੁਰੂ ਕੀਤੀ ਸੀ। ਤੇ ਉਹ ਦੇਖ ਲਓ ਇੰਨੇ ਸਾਲ ਕੈਪਸੂਲ ਖਾਂਦੀ ਰਹੀ ਮੈਂ। ਉਹ ਸੁਬਾਹ ਮੈਂ ਪਾਣੀ ਦੀ ਜਿਹੜੀ ਘੁੱਟ ਸੀ ਪੀਂਦੀ ਸੀ ਨਾ, ਉਹ ਵੀ ਮਤਲਬ ਕਿ ਪਹਿਲਾਂ ਮੈਂ ਕੈਪਸੂਲ ਕੱਢਦੀ ਸੀ ਤੇ ਫਿਰ ਮੇਰੇ ਉਹ ਪਾਣੀ ਦੀ ਘੁੱਟ ਅੰਦਰ ਜਾਂਦੀ ਸੀ। ਤੇ ਪਰ ਮੈਂ ਉਦੋਂ ਬਾਅਦ ਦੇ ਵਿੱਚ ਉਹ ਕੈਪਸੂਲ ਕਦੇ ਨਹੀਂ ਲਿਆ। ਤੇ ਮੇਰੀ ਪੇਟ ਦੀ ਪ੍ਰੋਬਲਮ ਬਿਲਕੁਲ ਕੋਈ ਗੈਸ ਦੀ ਪ੍ਰੋਬਲਮ ਨਹੀਂ ਰਹੀ। ਰੋਟੀ ਵਧੀਆ ਮੈਂ ਖਾਂਦੀ ਹਾਂ, ਕੋਈ ਦਿੱਕਤ ਨਹੀਂ ਹੈਗੀ ਮੈਨੂੰ। ਕੋਈ ਖਾਸ ਪਰਹੇਜ਼ ਜਿਹੜਾ ਵੀ ਉਸ ਚੀਜ਼ ਦੀ ਮਨਾਹੀ ਹੋਵੇ ਵੀ ਤੁਸੀਂ ਹੁਣ ਨਹੀਂ ਉਹ ਖਾਣਾ ਜਾਂ ਚੀਜ਼ ਨਹੀਂ ਖਾਣੀ, ਕੁਛ ਡਾਕਟਰ ਸਾਹਿਬ ਨੇ ਇਹ ਚੀਜ਼ ਦੱਸੀ? ਕੁਛ
ਹਾਂਜੀ ਹਾਂਜੀ, ਮੈਨੂੰ ਖੰਡ ਤੇ ਦੁੱਧ ਬੰਦ ਕਰ ਦਿੱਤਾ ਸੀ ਡਾਕਟਰ ਸਾਹਿਬ ਨੇ। ਮੈਂ ਪੂਰਾ ਮਤਲਬ ਕਿ 5 ਮਹੀਨੇ ਬਿਲਕੁਲ ਦੁੱਧ ਨਹੀਂ ਲਿਆ। ਖੰਡ ਤਾਂ ਮੈਂ ਹੁਣ ਤੱਕ ਵੀ ਨਹੀਂ ਲੈਂਦੀ, ਕਿਉਂਕਿ ਫਿਰ ਮੈਨੂੰ ਆਦਤ ਬਣ ਚੁੱਕੀ ਆ ਤੇ ਮੈਂ ਉਹ ਸ਼ੱਕਰ ਹੀ ਵਰਤਦੀ ਆ। ਤੇ ਦੁੱਧ ਫਿਰ ਡਾਕਟਰ ਸਾਹਿਬ ਨੂੰ ਮੈਂ ਪੁੱਛਿਆ ਕਿ ਮੈਂ ਕਿਹਾ ਡਾਕਟਰ ਸਾਹਿਬ ਵੀ ਮੇਰਾ ਹੁਣ ਦਿਲ ਕਰਦਾ ਵਾ ਵੀ ਜਦੋਂ ਇਹ ਸਾਰੇ ਜਣੇ ਦੁੱਧ ਦੀ ਚੀਜ਼ ਮੇਰੀ ਬਿਲਕੁਲ ਮਨਾਈ ਹੈ। ਫਿਰ ਉਹਨਾਂ ਮੈਨੂੰ ਦੱਸਿਆ, ਕਹਿੰਦੇ ਤੁਸੀਂ ਦੇਸੀ ਗਾਂ ਦਾ ਦੁੱਧ ਲੈ ਸਕਦੇ ਆ। ਫਿਰ ਸਾਡੇ ਇੱਥੇ ਗਊਸ਼ਾਲਾ ਮੇਰੇ ਬੱਚਿਆਂ ਨੇ ਵਿਚਾਰਿਆਂ ਨੇ ਇਹ ਚੀਜ਼ ਮਾਰੇ ਉੱਥੋਂ ਦੇਸੀ ਗਾਂ ਦਾ ਦੁੱਧ ਲਿਆਉਂਦੇ। ਹੁਣ ਵੀ ਅਸੀਂ ਦੇਸੀ ਗਾਂ ਦਾ ਦੁੱਧ ਹੀ ਵਰਤਦੇ। ਫਿਰ ਮੈਨੂੰ ਇਹਨਾਂ ਚੀਜ਼ਾਂ ਦੀ ਨੌਲੇਜ ਵੀ ਆ ਗਈ, ਕਿਉਂਕਿ ਜਿਵੇਂ ਜਿਵੇਂ ਮੈਂ ਦਵਾਈ ਖਾਧੀ ਵੀ ਡਾਕਟਰ ਸਾਹਿਬ ਨੂੰ ਹੁਣ ਮੈਂ ਫੋਲੋ ਵੀ ਕਰਦੀ ਸੀ ਨਾ। ਜਦੋਂ ਮੈਂ ਬਚ ਗਈ ਸੀ ਉਹਨਾਂ ਕੋਲੋਂ, ਅਤੇ ਮੈਂ ਆਪਣੇ ਬੱਚਿਆਂ ਦਾ ਵੀ ਮਤਲਬ ਕਿ ਉੱਦਾਂ ਹੀ ਖਾਣਾ ਪਾਣੀ ਕਰ ਦਿੱਤਾ। ਹੁਣ ਮੇਰਾ ਬੇਟਾ ਵਾ, ਇਹਦੀ ਕਿੰਨੀ ਕੁ ਉਮਰ ਹੈ, ਇਹ ਤੇਜ਼ਾਬ ਦਾ ਕੈਪਸੂਲ ਖਾ ਲੈਂਦਾ ਸੀ। ਕੋਈ ਤਲੀ ਚੀਜ਼ ਖਾਂਦਾ ਸੀ, ਇਹਨੂੰ ਗੈਸ ਦੀ ਪ੍ਰੋਬਲਮ ਹੋ ਜਾਂਦੀ ਸੀ, ਤੇਜ਼ਾਬ ਦਾ ਕੈਪਸੂਲ ਖਾਂਦਾ ਸੀ। ਇਹਨੂੰ ਮੈਂ ਆਪਦੇ ਵਾਲਾ ਖਾਣਾ ਪਾਣੀ ਦੇਣ ਲੱਗੀ, ਇਹਦੇ ਕਦੀ ਤੇਜ਼ਾਬ ਹੀ ਨਹੀਂ ਬਣਿਆ, ਚਾਹੇ ਤਲੀ ਚੀਜ਼ ਖਾ ਲੇ ਚਾਹੇ ਕੁਛ ਵੀ ਖਾ ਲੇ। ਪਰ ਮੈਂ ਆਪਣਾ ਖੁਦ ਦਾ ਪਰਹੇਜ਼ ਹਜੇ ਤੱਕ ਵੀ ਰੱਖਦੀ ਹਾਂ, ਕਿਉਂਕਿ ਮੈਂ ਕਹਿੰਦੀ ਹਾਂ ਜ਼ਿੰਦਗੀ ਨਾਲੋਂ ਕੁਛ ਵੀ ਨਹੀਂ ਚੰਗਾ ਹੁੰਦਾ। ਖੰਡ ਵਗੈਰਾ ਮੈਂ ਨਹੀਂ ਖਾਂਦੀ। ਜੇ ਕੋਈ ਮੇਰਾ ਮਨ ਵੀ ਕਰਦਾ, ਚਲੋ ਆਪਾਂ ਜਿਉਂਦੀ ਜਾਣ, ਕਈ ਵਾਰ ਆਪਣਾ ਜੀਅ ਕਰ ਦਿੰਦਾ ਕਿਸੇ ਚੀਜ਼ ਨੂੰ ਖਾਣ ਨੂੰ। ਉਹ ਮੈਨੂੰ ਡਾਕਟਰ ਸਾਹਿਬ ਨੇ ਦੱਸਤਾ ਸੀ, ਕਹਿੰਦੇ ਮਤਲਬ ਕਿ ਤੂੰ ਮਿਸ਼ਰੀ ਜਿਹੜੀ ਧਾਗੇ ਵਾਲੀ ਮਿਸ਼ਰੀ ਹੁੰਦੀ ਆ, ਉਹਨੂੰ ਕੁੱਟ ਕੇ ਰੱਖ ਲਓ, ਅਤੇ ਕੁੱਟ ਕੇ ਰੱਖ ਕੇ ਅਤੇ ਤੁਸੀਂ ਜਿਹੜੀ ਕੋਈ ਤੁਹਾਡੀ ਚੀਜ਼ ਜੀਅ ਕਰੇ ਵੀ ਮਿੱਠੀ ਖਾਣ ਨੂੰ, ਉਹਦੀ ਚੀਜ਼ ਖਾ ਲਿਆ ਕਰੋ। ਮੈਂ ਕਿਤੇ ਮੇਰਾ ਮਨ ਕਰਦਾ ਕੋਈ ਵੀ ਚੀਜ਼ ਨੂੰ, ਫਿਰ ਮੈਂ ਆਪਣੇ ਘਰੇ ਬਣਾ ਕੇ ਉਹ ਮਿੱਠੀ ਚੀਜ਼ ਖਾ ਲੈਂਦੀ ਹਾਂ। ਖੰਡ ਦੀ ਵਰਤੋਂ ਨਹੀਂ ਮੈਂ ਬਿਲਕੁਲ ਵੀ ਨਹੀਂ ਕੀਤੀ ਉਦੋਂ ਬਾਅਦ ਦੇ ਵਿੱਚ। ਅਤੇ ਮਾਤਾ ਜੀ ਤੁਸੀਂ ਇਹ ਦੱਸੋ ਕਿ ਜਿਹੜੇ ਡਾਕਟਰ ਭੁੱਲਰ ਸਾਹਿਬ ਜਿਵੇਂ ਸਟਾਰਟ ਦੇ ਵਿੱਚ ਜਿਹੜੀਆਂ ਚੀਜ਼ਾਂ ਤੁਹਾਨੂੰ ਉਹਨਾਂ ਨੇ ਦੱਸੀਆਂ ਸੀ ਵੀ ਇੱਦਾਂ ਤੁਸੀਂ ਠੀਕ ਹੋ ਜਾਓਗੇ, ਸਟਾਰਟ ਦੇ ਵਿੱਚ ਸਾਨੂੰ ਐਂ ਲੱਗਦਾ ਹੁੰਦਾ ਕਿ ਸ਼ਾਇਦ ਪਤਾ ਨਹੀਂ ਹੋਣਾ ਹੈ ਕਿ ਨਹੀਂ, ਕਿਉਂਕਿ ਅਸੀਂ ਬਹੁਤ ਥੱਕੇ ਹੁੰਦੇ ਆਲੇ ਦੁਆਲੇ ਤੋਂ, ਹੈ ਨਾ, ਬਿਮਾਰੀਆਂ ਇੰਨੀਆਂ ਸਾਡੇ ਆਈਆਂ ਹੁੰਦੀਆਂ। ਅਤੇ ਕੀ ਤੁਹਾਨੂੰ ਲੱਗਦਾ ਹੈ ਕਿ ਉਹ ਚੀਜ਼ਾਂ ਸਾਰੀਆਂ ਪੂਰੀਆਂ ਕੀਤੀਆਂ ਡਾਕਟਰ ਸਾਹਿਬ ਨੇ ਜਿਹੜੀਆਂ ਉਦੋਂ ਕਹੀਆਂ ਸੀ ਉਹਨਾਂ ਨੇ? ਹਾਂਜੀ ਹਾਂਜੀ, ਮੈਂ ਮਤਲਬ ਕਿ ਡਾਕਟਰ ਨੂੰ ਨਾ ਆਪਦੇ ਬੇਟੇ ਵਾਂਗੂ ਹੀ ਸਮਝਦੀ ਸੀ। ਇੱਦਾਂ ਮੈਂ ਜਦੋਂ ਵੀ ਆਉਂਦੀ ਸੀ ਆ ਕੇ, ਅਤੇ ਮੈਂ ਉਹਨਾਂ ਨੂੰ ਸਿੱਧੀ ਆ ਕੇ ਸਿੱਧੀ ਗੱਲ ਪੁੱਛ ਦਿੰਦੀ ਸੀ ਵੀ ਮੈਂ ਇੱਦਾਂ ਕਰਨਾ। ਉਹ ਉਹਨਾਂ ਨੇ ਕਹਿਣਾ ਆਂਟੀ ਜੇ ਤੈਨੂੰ ਆਪਦੀ ਜਾਨ ਜ਼ਰੂਰੀ ਆ ਤਾਂ ਫਿਰ ਇਹ ਚੀਜ਼ ਨਹੀਂ ਕਰਨੀ। ਮਤਲਬ ਕਿ ਮੈਂ ਪੂਰਾ ਉਹਨਾਂ ਨੂੰ ਜਿਵੇਂ ਉਹਨਾਂ ਨੇ ਕਿਹਾ ਉੱਦਾਂ ਹੀ ਕਰਕੇ ਮੈਂ ਪੂਰੀ ਆਪਣੀ ਪ੍ਰੋਪਰ ਤਰੀਕੇ ਨਾਲ ਦਵਾਈ, ਪ੍ਰੋਪਰ ਤਰੀਕੇ ਨਾਲ ਪਰਹੇਜ਼। ਮਤਲਬ ਕਿ ਮੈਂ ਕਿਸੇ ਵਿਆਹ ਸ਼ਾਦੀ 'ਚ ਵੀ ਇਹ ਨਹੀਂ ਮੈਂ ਵਿਆਹ ਸ਼ਾਦੀਆਂ 'ਚ ਨਹੀਂ ਗਈ, ਪਰ ਮੈਂ ਮਿੱਠਾ ਨਹੀਂ ਖਾਧਾ। ਜਿਵੇਂ ਕਿ ਬਹੁਤ ਸਾਰੇ ਦਰਸ਼ਕ ਆਈ ਸਾਡੇ ਚੈਨਲ ਨਾਲ ਜੁੜੇ ਹੋਏ ਆ ਜੀ, ਅਤੇ ਉਹ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਹੋ ਸਕਦਾ ਕਿ ਉਹਨਾਂ ਦੇ ਘਰ ਦੇ ਵਿੱਚ ਇੱਕ ਅੱਧਾ ਪੇਸ਼ੈਂਟ ਹੋਵੇ, ਬਹੁਤ ਸਾਰੇ ਇੱਦਾਂ ਦੇ ਜਿਹੜੇ ਸਬਸਕ੍ਰਾਈਬਰ ਨੇ ਸਾਡੇ। ਕੀ ਤੁਸੀਂ ਉਹਨਾਂ ਨੂੰ ਥੋੜ੍ਹੀ ਬਹੁਤ ਅਪੀਲ ਕਰਦੇ ਹੋ ਕਿ ਉਹ ਆਣ ਕੇ, ਜੇ ਉਹਨਾਂ ਨੂੰ ਇੱਦਾਂ ਦੀ ਭਿਆਨਕ ਬਿਮਾਰੀ ਆ ਕੋਈ, ਹੈ ਨਾ, ਜਿਹੜੀ ਇਲਾਜ ਹੋਵੇ, ਅਤੇ ਉਹ ਡਾਕਟਰ ਸਾਹਿਬ ਨੂੰ ਆਣ ਕੇ ਮਿਲ ਕੇ ਠੀਕ ਹੋ ਸਕਦੇ ਆ? ਕਹਿ ਸਕਦੇ ਤੁਸੀਂ? ਹਾਂਜੀ ਹਾਂਜੀ, ਬਿਲਕੁਲ ਮੈਂ ਕਹਿ ਸਕਦੀ ਹਾਂ ਵੀ ਜਦੋਂ ਮੇਰੀ ਐਡੀ ਵੱਡੀ ਪ੍ਰੋਬਲਮ ਆ, ਕਿਉਂਕਿ ਮੈਂ ਹੁਣ ਫੀਲ ਦੱਸ ਹੀ ਸਕਦੀ ਹਾਂ, ਮੈਂ ਫੀਲ ਕੀਤੀ ਵੀ ਮੈਂ ਕਿੰਨੇ ਦਰਦ ਦੇ ਵਿੱਚੋਂ ਲੰਘੀ ਹਾਂ। ਵੀ ਮੈਂ ਸੋਚਦੀ ਹਾਂ ਕਿ ਇੱਕ ਨਵੀਂ ਜ਼ਿੰਦਗੀ ਮੈਨੂੰ ਮਿਲੀ ਹੈ, ਕਿਉਂਕਿ ਪਿਤਾ ਜੀ ਉਹ ਟੈਨਸ਼ਨ ਲੈ ਕੇ ਉਹ ਦੁਨੀਆ ਤੋਂ ਚਲੇ। ਹਾਂਜੀ ਹਾਂ, ਉਹਨਾਂ ਨੂੰ ਐਂਡ ਤੱਕ ਬੋਲਣੋਂ ਵੀ ਬੰਦ ਹੋ ਗਏ ਸੀ। ਉਸ ਟਾਈਮ ਵੀ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਪੁੱਤ ਤੂੰ ਆਪਦੀ ਇਹ ਗੰਢਾਂ ਦਾ ਇਲਾਜ ਚੰਗਾ ਕਰਾ ਲਾ। ਮੈਂ ਸੋਚਦੀ ਹਾਂ ਵੀ ਮੇਰੇ ਪਿਤਾ ਦੇ ਨਾ ਗੁਰਦੇ ਖਰਾਬ ਹੋ ਗਏ ਸੀ। ਮੈਂ ਇਹ ਮੇਰੇ ਕਈ ਵਾਰ ਮੈਂ ਕਹਿੰਦੀ ਹਾਂ ਕਿ ਜੇ ਸਾਨੂੰ ਡਾਕਟਰ ਵਰਿੰਦਰ ਭੁੱਲਰ ਦਾ ਪਹਿਲਾਂ ਪਤਾ ਲੱਗ ਜਾਂਦਾ, ਮੇਰੇ ਡੈਡੀ ਵੀ ਖਤਮ ਨਹੀਂ ਹੋਣੇ ਸੀ। ਉਹਨਾਂ ਨੇ ਬਚ ਜਾਣਾ ਸੀ। ਕਿਉਂਕਿ ਇੰਨੇ ਵਧੀਆ ਤਰੀਕੇ ਨਾਲ ਇਹ ਇਲਾਜ ਕਰ ਦਿੰਦੇ ਆ। ਸਾਡੇ ਘਰੇ ਉਸ ਦਿਨ ਦੀ ਜਿਸ ਦਿਨ ਦੇ ਮਤਲਬ ਕਿ ਅਸੀਂ ਇੱਥੇ ਡਾਕਟਰ ਦੇ ਆਉਣ ਲੱਗੇ, ਅੰਗਰੇਜ਼ੀ ਦਵਾਈ ਕਿਤੇ ਤਾਂ ਦੇਖੋ ਕੋਈ ਐਮਰਜੈਂਸੀ 'ਚ ਕਿਤੇ ਕਿਸੇ ਨੇ ਲਿੱਤੀ ਹੋਵੇ, ਵਰਨਾ ਨਹੀਂ ਅਸੀਂ ਲੈਂਦੇ ਨਹੀਂ ਉਹ ਦਵਾਈ ਨੂੰ ਬਿਲਕੁਲ ਵੀ। ਇਹ ਚੀਜ਼ ਨੂੰ ਸਮਝ ਚੁੱਕੇ, ਕਿਉਂਕਿ ਕਲਾਸਾਂ ਵੀ ਮੈਂ ਤਾਂ ਲਾਈਆਂ ਹੈਗੀਆਂ, ਉਹਦੇ ਵਿੱਚ ਹੀ ਮੈਨੂੰ ਨੌਲੇਜ ਮਿਲੀ ਹੈ ਵੀ ਡਾਕਟਰ ਸਾਹਿਬ ਨੇ ਦੱਸਿਆ ਕਿ ਆਪਾਂ ਜਦੋਂ ਨੈਚੁਰਲ ਨਾਲ ਜੁੜਦੇ ਹਾਂ ਵੀ ਇੰਨਾ ਕਰ ਸਕਦੇ ਹਾਂ। ਹੁਣ ਕਈ ਲੇਡੀਜ਼ ਹੈਗੀਆਂ ਜਿਹੜੀਆਂ ਨਹੀਂ ਪਰਹੇਜ਼ ਰੱਖ ਸਕਦੀਆਂ, ਪਰ ਮੈਂ ਆਪਣਾ ਪਰਹੇਜ਼ ਪੂਰਾ ਹੀ ਰੱਖਿਆ। ਕੋਈ ਚੀਜ਼ ਜਿਸ ਚੀਜ਼ ਨੂੰ ਵੀ ਬਣਾ ਕੇ ਖਾਧਾ ਵੀ ਔਰਗੈਨਿਕ ਬਣਾ ਕੇ ਖਾਧਾ, ਮੈਂ ਇੱਦਾਂ ਨਹੀਂ ਖਾਧਾ। ਮੈਨੂੰ ਤਾਂ ਇੱਥੇ ਹੱਸਣ ਲੱਗ ਜਾਂਦੇ ਹੁੰਦੇ ਵੀ ਔਰਗੈਨਿਕ ਆਂਟੀ ਆ ਇਹ। ਮੈਂ ਮਤਲਬ ਕਿ ਇੰਨਾ ਹੀ ਆਪਣਾ ਉਹ ਕੋਈ ਇਹ ਨਾ ਕਹੀ ਜਾਣ ਜੀ, ਹੈ ਨਾ, ਵੀ ਤੁਹਾਡੀ ਜਾਨ ਬਚੀ ਹੈ, ਤੁਹਾਡੇ ਬੱਚਿਆਂ ਦੇ ਸਿਰ 'ਤੇ ਮਾਂ ਦਾ ਸਾਇਆ ਹੈਗਾ, ਜੋ ਮਰਜ਼ੀ ਕਹੀ ਜਾਣ ਲੋਕ। ਹਾਂਜੀ ਹਾਂਜੀ ਹਾਂ, ਇਹ ਤਾਂ ਹੈ। ਸਭ ਤੋਂ ਵੱਡੀ ਚੀਜ਼ ਹੈ ਕਿ ਤੁਹਾਡੀ ਜਾਨ ਬਚ ਗਈ। ਤੇ ਭਾਜੀ ਤੁਹਾਡਾ ਨਾਮ ਕੀ ਹੈ? ਮਨਪ੍ਰੀਤ ਸਿੰਘ। ਮਨਪ੍ਰੀਤ ਜੀ ਕੀ ਕਰਦੇ ਹੋ ਤੁਸੀਂ? ਮੈਂ ਵੈਲਥ ਕੈਂਟ ਸੈਂਟਰ ਨਾਲ ਜੁੜਿਆ ਹੋਇਆ ਹਾਂ। ਜਦੋਂ ਤੁਹਾਨੂੰ ਪਹਿਲੀ ਵਾਰ ਮਾਤਾ ਜੀ ਦਾ ਪਤਾ ਲੱਗਾ ਵੀ ਇਦਾਂ ਦੀ ਪ੍ਰੋਬਲਮ ਆ ਗਈ ਆ, ਅਤੇ ਜਦੋਂ, ਹੈ ਨਾ, ਕਿਉਂਕਿ ਬਹੁਤ ਵੱਡਾ, ਮੈਂ ਕਹਿੰਦਾ ਵੀ ਇਹ ਬੜਾ ਵੱਡਾ ਦਿਲ ਚਾਹੀਦਾ ਉਸ ਚੀਜ਼ ਨੂੰ ਆਪਣੇ ਅੰਦਰ ਹੀ ਰੱਖਣ ਦੇ ਲਈ, ਹੈ ਨਾ, ਕਿ ਜਦੋਂ ਤੁਹਾਨੂੰ ਪਤਾ ਲੱਗਾ ਪਹਿਲੀ ਵਾਰ ਕਿ ਮਾਤਾ ਜੀ ਨੂੰ ਕੈਂਸਰ ਆ, ਪਰ ਤੁਸੀਂ ਦੱਸ ਨਹੀਂ ਸੀ ਰਹੇ, ਉਹ ਮਾੜਾ ਇਹ ਸਮਾਂ ਦੱਸੋ ਜੀ ਕਿਵੇਂ ਦਾ ਸੀ, ਤੁਸੀਂ ਕੀ ਫੀਲ ਕਰ ਰਹੇ ਸੀ ਉਦੋਂ? ਉਦੋਂ ਇੱਦਾਂ ਸੀ, ਰਿਪੋਰਟ ਕਰਾਉਣ ਗਏ ਸੀਗੇ ਅਸੀਂ ਆਪਣੇ ਚੱਕੀ ਵਾਲੀ ਗਲੀ ਵੱਲ, ਅਤੇ ਚੱਕੀ ਗਲੀ ਵੱਲ ਉੱਥੇ ਰਿਪੋਰਟ ਕਰਾਉਣ ਗਏ,
ਤੇ ਉਹ ਕਹਿੰਦੇ ਦਿੱਲੀ ਭੇਜਣੀ ਹੈ ਰਿਪੋਰਟ, ਤੇ ਮੰਮੀ ਕਹਿੰਦੇ ਨਹੀਂ ਕਰਾਉਣੀ, ਚਲੋ ਇਹ ਕਹਿੰਦੇ ਨਹੀਂ ਕਰਾਉਣੀ। ਤੇ ਹੋਰ ਕਿਸੇ ਪਾਸੋਂ ਰਿਪੋਰਟ ਕਰਾਈ ਸੀਗੀ, ਤੇ ਉਦੋਂ ਵਿੱਚ ਕੈਂਸਰ ਦੀ ਪ੍ਰੋਬਲਮ ਆ ਗਈ ਸੀਗੀ। ਹਾਂਜੀ, ਤੇ ਅਸੀਂ ਮੰਮੀ ਨੂੰ ਨਹੀਂ ਦੱਸਿਆ ਵੀ ਇੱਦਾਂ ਕਰਕੇ ਪ੍ਰੋਬਲਮ ਆ। ਮੇਰੀ ਭੈਣ, ਮੇਰੀ ਸਿਸਟਰ ਆ ਜੋਤੀ, ਤੇ ਉਹਦੇ ਕੋਲੇ ਗੱਲ ਸੀ, ਮੇਰੇ ਕੋਲੇ, ਦੋਨਾਂ ਕੋਲੇ ਸੀ, ਦੱਸਿਆ ਨਹੀਂ ਸੀ। ਵੈਸੇ ਮੰਮੀ ਨੂੰ ਪਤਾ ਲੱਗ ਗਿਆ ਸੀ ਉਹਨਾਂ ਨੂੰ ਕੈਂਸਰ ਆ, ਤੇ ਇੱਦਾਂ ਦੀ ਪ੍ਰੋਬਲਮ ਸੀ। ਵੈਸੇ ਉਹ ਬੜਾ ਹਨਾ ਦੋਨੋਂ ਭੈਣ ਭਰਾ ਇਕੱਠੇ, ਤੁਹਾਡੇ ਫਾਦਰ ਸਾਹਿਬ ਜਿੱਦਾਂ ਹਨਾ ਉਹ ਨਹੀਂ ਸੀ ਹੈਗੇ, ਜਿਵੇਂ ਕਿ ਆਂਟੀ ਉਹਨਾਂ ਨੇ ਦੱਸਿਆ। ਤੇ ਇਹ ਤਾਂ ਬੜਾ ਵੱਡਾ ਸਮਾਂ ਹੈ ਕਿ ਤੁਸੀਂ ਹਨਾ ਵੀ ਐਡਾ ਵੱਡਾ ਇੱਕ ਬੱਚਿਆਂ ਦੇ ਲਈ ਆਪਣੀ ਮਾਂ ਦਾ ਜਿਹੜਾ ਦੁੱਖ ਆ ਉਹ ਕਵਰ ਕਰਕੇ ਰੱਖਣਾ, ਵੀ ਉਹਨਾਂ ਨੂੰ ਨਾ ਦੱਸਣਾ ਹਨਾ। ਤੁਸੀਂ ਕਈ ਵਾਰ ਹਨਾ ਇਹ ਵੀ ਫੀਲ ਵੀ ਰੋਂਦੇ ਵੀ ਹੋਵੋਗੇ ਉਸ ਚੀਜ਼ ਨੂੰ ਯਾਦ ਕਰਕੇ ਵੀ ਅਸੀਂ ਕੀ ਕਰਾਂਗੇ, ਜਾਂ ਕਿਵੇਂ ਤੁਹਾਨੂੰ ਕੀ ਰਾਹ ਵੀ ਦਿਸ ਰਿਹਾ ਸੀ ਵੀ ਕੀ ਕੀਤਾ ਜਾਵੇ ਕਿ ਉਹ ਠੀਕ ਹੋ ਜਾਣ। ਇਹ ਜਗ੍ਹਾ ਜਗ੍ਹਾ ਲੈ ਕੇ ਭੱਜਦੇ ਫਿਰਦੇ ਸੀ ਅਸੀਂ, ਰਾਤ ਨੂੰ ਨੀਂਦ ਨਹੀਂ ਆਉਂਦੀ ਸੀਗੀ। ਬਹੁਤ ਜਗ੍ਹਾਵਾਂ 'ਤੇ ਲੈ ਕੇ ਗਏ, ਅੰਨ੍ਹਿਆਂ ਜਗ੍ਹਾਵਾਂ 'ਤੇ ਵੀ ਲੈ ਕੇ ਗਏ ਅਸੀਂ ਵੀ ਠੀਕ ਹੋ ਜਾਏ ਪ੍ਰੋਬਲਮ, ਪਰ ਨਹੀਂ, ਕੋਈ ਹੱਲ ਨਹੀਂ ਹੋਇਆ। ਤੇ ਰਾਤ ਨੂੰ ਨੀਂਦ ਨੂੰ ਵੀ ਨਹੀਂ ਆਉਂਦੀ ਹੁੰਦੀ ਸੀ ਮੰਮੀ ਨੂੰ। ਸਾਰੀ ਰਾਤ ਮੈਂ ਮੋਢਾ ਕੁੱਟੀ ਜਾਣਾ, ਸਾਰੀ ਰਾਤ ਸੌਣਾ ਨਹੀਂ ਗਾ। ਤੇ ਬਾਅਦ 'ਚੋਂ ਇੱਥੇ ਮੇਰੀ ਸਿਸਟਰ, ਇਹੋ ਜਿਹੀ ਕੋਈ ਯੋਜਨਾ ਬਣੀ, ਮਤਲਬ ਇੱਥੇ ਮੇਰੀ ਸਿਸਟਰ ਨੂੰ ਜੋਬ ਮਿਲ ਗਈ। ਤੇ ਵੈਸੇ ਮੰਮੀ ਨੇ ਦੱਸਿਆ ਹੀ ਆ, ਤੇ ਜੋਬ ਮਿਲੀ ਤੇ ਫਿਰ ਮੰਮੀ ਨੂੰ ਇੱਥੇ ਲੈ ਕੇ ਆਏ, ਤੇ ਵੈਲਥ ਕੇਅਰ ਵਾਲਿਆਂ ਤੋਂ ਮੈਡੀਸਨ ਸ਼ੁਰੂ ਕਰਾਈ। ਇਸ ਤੋਂ ਬਾਅਦ ਹੀਲਿੰਗ ਹੋਣੀ ਸ਼ੁਰੂ ਹੋ ਗਈ। ਹਾਂਜੀ, ਤੁਸੀਂ ਹੁਣ ਕੌਨਫੀਡੈਂਸ ਨਾਲ ਕਹਿ ਸਕਦੇ ਹੋ ਕਿ ਜਿਹੜੀਆਂ ਡਾਕਟਰ ਸਾਹਿਬ ਵਰਿੰਦਰ ਸਿੰਘ ਭੁੱਲਰ ਜੀ ਦਵਾਈਆਂ ਦਿੰਦੇ ਆ ਨਾ, ਜਿਹੜੇ ਵੀ ਉਹ ਪ੍ਰੀਕਾਸ਼ਨ ਦੱਸਦੇ ਆ ਵੀ ਤੁਸੀਂ ਉਹ ਅਪਣਾ ਕੇ ਤੰਦਰੁਸਤ ਹੋ ਸਕਦੇ ਹੋ, ਤੁਸੀਂ ਪੂਰੇ ਕੌਨਫੀਡੈਂਸ ਨਾਲ ਕਹਿ ਸਕਦੇ ਹੋ ਦਰਸ਼ਕਾਂ ਨੂੰ ਕਿ ਇੱਦਾਂ ਕਰਕੇ ਉਹਨਾਂ ਦੇ ਘਰ 'ਚ ਵੀ ਜੇ ਕੋਈ ਬਿਮਾਰੀ ਹੈਗੀ ਆ ਤੇ ਉਹ ਡਾਕਟਰ ਸਾਹਿਬ ਨੂੰ ਮਿਲ ਕੇ, ਜਾਂ ਜਿਹੜੇ ਵੀ ਜੁੜੇ ਹੋਏ ਆ ਜੀ ਸੈਂਟਰ ਦੇ ਨਾਲ, ਜਿੰਨੇ ਵੀ ਕਰਮਚਾਰੀ ਕੰਮ ਕਰਦੇ ਉਹਨਾਂ ਨਾਲ ਜੁੜ ਕੇ ਆਪਣਾ ਇਲਾਜ ਕਰਾ ਸਕਦੇ? ਹਾਂਜੀ ਕਹਿ ਸਕਦਾ ਜੀ। ਤੇ ਆਪਣੇ ਇੱਥੇ ਡਾਕਟਰ ਭੁੱਲਰ ਸਾਹਿਬ ਵਧੀਆ ਜੀ, ਮੈਡੀਸਨ ਬਹੁਤ ਵਧੀਆ ਦਿੰਦੇ ਜੀ, ਹੋਮੋਪੈਥਿਕ ਮੈਡੀਕਲ। ਹਾਂਜੀ, ਤੁਸੀਂ ਫਿਰ ਕਿਵੇਂ ਜੁੜਨ ਦਾ ਵਿਚਾਰ ਬਣਾਇਆ? ਕਿਉਂਕਿ ਜਦੋਂ ਮਾਤਾ ਜੀ ਠੀਕ ਹੋਏ ਫਿਰ ਤੁਹਾਨੂੰ ਐਂ ਲੱਗਾ ਕਿ ਜੁੜਨਾ ਚਾਹੀਦਾ ਸੰਸਥਾ ਨਾਲ? ਹਾਂਜੀ, ਕਿਉਂਕਿ ਐਡੀ ਵੱਡੀ ਮੇਰੀ ਮੰਮੀ ਦੀ ਬਿਮਾਰੀ ਸਹੀ ਹੋਈ ਹੈ, ਕੈਂਸਰ ਦਾ ਕੋਈ ਮਤਲਬ ਹੈ ਇਲਾਜ ਹੈ ਨਹੀਂ ਜੀ, ਤੇ ਕੈਂਸਰ ਦਾ ਰੋਗ ਆਪਣੇ ਖਤਮ ਹੋਈ ਬਿਮਾਰੀ। ਕਿਉਂਕਿ ਆਪਾਂ ਆਮ ਹੀ ਦੇਖਦੇ ਹਾਂ ਨਾ ਵੀ ਕੀਮੋਥੈਰੇਪੀਆਂ ਕਰਾ ਕੇ ਵੀ ਜਿਹੜੇ ਉਹ ਹੈਗੇ ਨੇ ਉੱਥੋਂ ਡਾਕਟਰ ਹੁੰਦੇ, ਉਹ ਸਾਈਨ ਕਰਵਾ ਲੈਂਦੇ ਨੇ ਕਿ ਉਹਨਾਂ ਦੀ ਬਚਣ ਦੀ ਗਰੰਟੀ ਨਹੀਂ ਲੈਂਦੇ। ਉਹ ਇੱਕ ਟਰੀਟਮੈਂਟ, ਇੱਕ ਪ੍ਰੋਟੋਕੋਲ ਫੋਲੋ ਕਰਦੇ ਨੇ ਜਿਹਦੇ ਆਧਾਰ 'ਤੇ ਉਹ ਸੰਭਾਵਨਾ ਬਣਦੀ ਹੈ ਕਿ ਠੀਕ ਹੋ ਸਕਦਾ ਜਾਂ ਨਹੀਂ ਵੀ ਹੋ ਸਕਦਾ। ਪਰ ਜਿਵੇਂ ਹੈ ਨਾ ਡਾਕਟਰ ਸਾਹਿਬ ਨੇ ਬਿਨਾਂ ਕੋਈ ਕੀਮੋਥੈਰੇਪੀ ਜਾਂ ਕੋਈ ਇੱਦਾਂ ਦੀ ਕੋਸਟਲੀ ਦਵਾਈ ਵਰਤ ਕੇ ਇਹਨਾਂ ਨੂੰ ਠੀਕ ਕੀਤਾ, ਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਬਾਹਲਾ ਜ਼ਿਆਦਾ ਪੈਸੇ ਨਹੀਂ ਲੱਗੇ ਦਵਾਈ ਲੈਣ ਦੇ ਲਈ? ਨਹੀਂ ਸਰ, ਕੋਈ ਪੈਸਾ ਨਹੀਂ ਲੱਗਿਆ। ਇਸ ਤੋਂ ਜਾਨ ਬਚ ਗਈ, ਇਸ ਤੋਂ ਬਾਅਦ ਬਹੁਤ ਵੱਡੀ ਗੱਲ ਹੈ। ਇੰਨੇ ਪੈਸੇ ਨਹੀਂ ਲੱਗੇ, ਥੋੜ੍ਹੇ ਜਿਹੇ ਪੈਸਿਆਂ 'ਚ ਦਵਾਈ ਆ ਜਾਂਦੀ ਸੀ, ਇੰਨੀ ਮਹਿੰਗੀ ਦਵਾਈ ਆਣੀ ਸਭ ਤੋਂ ਵੱਡੀ ਜਾਨ ਹੈ। ਹਾਂਜੀ, ਇਹੀ ਕਹਿਣਾ ਚਾਹੁੰਦਾ ਮੈਂ। ਹੁਣ ਕੀ ਕਰ ਰਹੇ ਹੋ? ਕੋਈ ਕੰਮ ਕਰ ਰਹੇ ਹੋ ਸੰਸਥਾ ਦੇ ਨਾਲ ਜੁੜ ਕੇ? ਕਿਵੇਂ ਦਾ ਕੰਮ? ਵੈਲਥ ਕੇਅਰ ਨਾਲ ਮੈਂ ਜੁੜਿਆ ਹੋਇਆ ਜੀ, ਆਪਣੇ ਇੱਥੇ ਵੈਲਥ ਕੇਅਰ ਨਾਲ ਆਪਣੇ ਮੀਟਿੰਗਾਂ ਕਰਦਾ ਜੀ ਆਪਣੇ। ਹਾਂਜੀ, ਕਿ ਤੁਸੀਂ ਜਿਹੜੀਆਂ ਬਿਮਾਰੀਆਂ ਠੀਕ ਇਲਾਜ ਨੇ ਉਹਨਾਂ ਨੂੰ ਠੀਕ ਕੀਤਾ ਜਾ ਸਕਦਾ, ਇਹਦੇ ਲਈ ਲੋਕਾਂ ਨੂੰ ਦੱਸਦੇ ਹੋ ਮਿਸ਼ਨ ਦੇ ਨਾਲ ਜੁੜ ਕੇ? ਹਾਂਜੀ ਦੱਸਦਾ ਮੈਂ, ਹਾਂਜੀ ਟੀਮ ਦਾ ਮੈਂਬਰ ਹਾਂ ਜੀ। ਜੇ ਕੋਈ ਤੁਹਾਡੇ ਨਾਲ ਸੰਪਰਕ ਕਰਕੇ ਤੁਹਾਡੇ ਰਾਹੀਂ ਦਵਾਈ ਲੈਣਾ ਚਾਹੁੰਦੇ ਹੋਣ, ਡਾਕਟਰ ਸਾਹਿਬ ਨੂੰ ਮਿਲਣਾ ਚਾਹੁੰਦੇ ਹੋਣ, ਤੁਸੀਂ ਪਲੀਜ਼ ਆਪਣਾ ਨਾਮ ਤੇ ਆਪਣਾ ਫ਼ੋਨ ਨੰਬਰ ਦੱਸ ਸਕਦੇ ਹੋ ਸਾਡੇ ਦਰਸ਼ਕਾਂ ਨੂੰ? ਹਾਂਜੀ ਮੈਂ ਦੱਸ ਸਕਦਾ। ਮਨਪ੍ਰੀਤ ਸਿੰਘ ਹੈ ਮੇਰਾ ਨਾਮ। 8195 74056 8195 74056। ਧੰਨਵਾਦ ਮਨਪ੍ਰੀਤ ਜੀ। ਤੇ ਮਾਤਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੀ ਜੋ ਵੀ ਹੈ ਨਾ ਉਹ ਇੱਕ ਦਰਦਨਾਕ ਮੰਜ਼ਰ ਸੀ ਹੈ ਨਾ, ਉਹ ਜਿਵੇਂ ਦੱਸਿਆ ਤੁਸੀਂ ਵੀ ਕਿਵੇਂ ਦੀਆਂ ਹੈ ਨਾ ਦੁੱਖਾਂ ਤਕਲੀਫਾਂ 'ਚੋਂ ਲੰਘ ਕੇ ਤੁਸੀਂ ਠੀਕ ਹੋਏ ਹੋ, ਅਤੇ ਹੁਣ ਤੁਹਾਡੇ ਬੱਚੇ ਵੀ ਆਪਣੀ ਲਾਈਫ ਦੇ ਵਿੱਚ ਦੁਬਾਰਾ ਹੈ ਨਾ ਸੈੱਟ ਹੋ ਗਏ ਨੇ। ਤੁਹਾਡੀ ਬੇਟੀ ਦੀ ਮੈਰਿਜ ਹੋ ਗਈ ਆ, ਜਿਹੜੇ ਪਹਿਲਾਂ ਇੱਥੇ ਜੋਬ ਕਰਦੇ ਸੀ ਸੰਸਥਾ 'ਚ। ਚਲੋ ਪ੍ਰਮਾਤਮਾ ਨੇ ਇੱਕ ਲਿੰਕ ਜੋੜਨਾ ਹੁੰਦਾ ਜਿਹਦੇ ਥਰੂ ਤੁਸੀਂ ਠੀਕ ਹੋਏ। ਅਤੇ ਮੈਂ ਤੁਹਾਡੀ ਤੰਦਰੁਸਤੀ ਦੀ ਕਾਮਨਾ ਕਰਦਾ ਜੀ। ਪ੍ਰਮਾਤਮਾ ਤੁਹਾਨੂੰ ਇੱਦਾਂ ਹੀ ਜਿਵੇਂ ਤੁਸੀਂ ਹੁਣ ਹੈਗੇ ਹੋ, ਪ੍ਰਮਾਤਮਾ ਲਾਈਫ ਟਾਈਮ ਜਿੰਨੀ ਵੀ ਤੁਹਾਡੀ ਮਹਾਰਾਜ ਨੇ ਜ਼ਿੰਦਗੀ ਲਿਖੀ ਹੈ ਉਹ ਤੰਦਰੁਸਤੀ ਦੇ ਵਿੱਚ ਰੱਖੇ ਤੁਹਾਨੂੰ। ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ, ਸ਼ੁਕਰੀਆ।